ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਇਸ ਰਸ਼ੀਅਨ ਇਨਵੇਜਨ ਦੀ ਗੱਲ ਕਰ ਰਹੇ ਹਾਂ ਜਿਹਨੇ ਪੂਰੀ ਦੁਨੀਆ ਨੂੰ ਹਿਲਾਤਾ, ਪੂਰੀ ਦੁਨੀਆ ਨੂੰ ਇੱਕ ਇਸ ਕਿਸਮ ਦਾ ਤੁਸੀਂ ਕਹਿ ਲਓ ਇੰਪੈਕਟ ਕਰਤਾ ਕਿ ਐਕਸਪਰਟਸ ਨੂੰ ਵੀ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਬਾਰੇ ਕੋਈ ਪ੍ਰੈਡਿਕਸ਼ਨਸ, ਕੋਈ ਪਲੈਨਿੰਗ, ਕੋਈ ਫੋਰਕਾਸਟਿੰਗ ਕਰ ਸਕਦੇ ਹਾਂ। ਇਨਫੈਕਟ ਜਿੱਥੇ ਸਿਰਫ 5 ਦਿਨ ਹੋਏ ਹੈ ਇਸ ਇਨਵੇਜਨ ਨੂੰ, ਕੁਝ ਇਹੋ ਜਿਹੀ ਡਿਵੈਲਪਮੈਂਟਸ ਇਹਦੇ ਵਿੱਚ ਵੇਖਣ ਨੂੰ ਮਿਲੀਆਂ ਕਿ ਹੁਣ ਮੇਨ ਸਟ੍ਰੀਮ ਰਿਪੋਰਟਿੰਗ ਕਹਿ ਰਹੀ ਹੈ ਕਿ ਇਸ ਇਨਵੇਜਨ ਨੇ, ਰਸ਼ੀਆ ਨੇ ਪੂਰੀ ਕਿਸਮ ਨੂੰ, ਪੂਰੀ ਦੁਨੀਆ ਨੂੰ ਇੱਕ ਕਿਸਮ ਦਾ ਬਦਲ ਹੀ ਦਿੱਤਾ। ਜਿਸ ਤਰ੍ਹਾਂ ਦੀ ਡਿਸਟਰਕਸ਼ਨ ਯੂਕਰੇਨ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ, ਜੋ ਇੱਕ ਵਾਰੀ ਫਿਰ ਸਾਨੂੰ ਇੱਥੇ ਕਹਿਣਾ ਪੈ ਰਿਹਾ ਹੈ, is not a war-torn country। ਇਹ ਇੱਕ ਇਹੋ ਜਿਹਾ ਮੁਲਕ ਨਹੀਂ ਸੀਗਾ ਜਿਹਦੇ ਵਿੱਚ ਹਿੰਸਾ, ਸਿਵਲ ਅਨਰੈਸਟ ਜਾਂ ਇਹੋ ਜਿਹੀ ਲੜਾਈਆਂ ਰੀਸੈਂਟ ਹਿਸਟਰੀ ਵਿੱਚ ਸੀਗੀਆਂ ਮੌਜੂਦ। ਬਟ ਇੱਕ ਪੀਸਫੁਲ ਕੰਟਰੀ ਦੇ ਵਿੱਚ ਦਿਨੋਂ ਦਿਨ ਇਹੋ ਜਿਹੀ ਡਿਸਟਰਕਸ਼ਨ ਵੇਖਣਾ ਕਿਸੇ ਤੋਂ ਵੀ ਸਹਿ ਨਹੀਂ ਜਾ ਰਿਹਾ। ਆਈ ਮੀਨ ਦੇਰ ਆਰ ਸਮ, ਉਹਨਾਂ ਦੀ ਵੀ ਗੱਲ ਕਰਾਂਗੇ, ਬਟ ਪਹਿਲੇ ਇਸ ਇਨਵੇਜਨ ਦੀ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇੱਕ ਵਾਰੀ ਫਿਰ ਲਾਈਵ ਤੁਹਾਡੇ ਨਾਲ ਅੱਜ ਹਾਜ਼ਰ ਹੋਏ ਹਾਂ। ਪਿਛਲੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਨਾਲ ਲਾਈਵ ਜੁੜਨ ਦਾ ਮੌਕਾ ਨਹੀਂ ਮਿਲਿਆ ਪ੍ਰੋਗਰਾਮਿੰਗ ਦੇ ਸਕੈਜੂਲ ਕਰਕੇ, ਬਟ ਅੱਜ ਮੈਂ ਤੁਹਾਡੇ ਇਨਵੋਲਵਮੈਂਟ ਪ੍ਰੋਗਰਾਮ ਦੇ ਵਿੱਚ ਲੈਣਾ ਚਾਹੁੰਦੀ ਹਾਂ ਇਸ ਮੁੱਦੇ ਉੱਤੇ, ਬਿਕੋਜ਼ ਜੋ ਸਾਡੀ ਇੱਥੇ USA, ਨਾਰਥ ਅਮਰੀਕਾ ਖਾਸ ਕਰਕੇ ਵਸਦੀ ਹੋਈ ਆਡੀਅנס ਹੈਗੀ, ਉਹਨਾਂ ਦੇ ਕਾਫੀ ਤੁਸੀਂ ਕਹਿ ਲਓ ਕਾਫੀ ਵੱਡੇ ਲੈਵਲ 'ਤੇ ਉਹ ਇੰਪੈਕਟ ਹੋ ਰਹੇ ਹੈ। ਐਂਡ ਅਗਰ ਨਹੀਂ ਹੋ ਰਹੇ ਤਾਂ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਸਾਨੂੰ ਸਾਰਿਆਂ ਨੂੰ ਇੰਪੈਕਟ ਕਰੂਗੀ। ਸੋ ਅੱਜ ਲਾਈਵ ਤੁਹਾਡੇ ਨਾਲ ਇਸ ਮੁੱਦੇ ਉੱਤੇ ਗੱਲ ਕਰ ਰਹੇ ਹਾਂ। ਇਹ ਜੋ ਇਨਵੇਜਨ ਸੀਗਾ, ਜਦੋਂ ਪਹਿਲੇ ਸ਼ੁਰੂ ਹੋਇਆ ਸੀ, ਜੋ ਮਿਲਟਰੀ ਐਕਸਪਰਟਸ ਵੀ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਰਸ਼ੀਆ ਦੇ ਜੋ ਮਿਲਟਰੀ ਦੇ ਨੰਬਰਸ ਹਨ, ਕਿੰਨੀ ਵੱਡੀ ਮਿਲਟਰੀ, ਕਿੰਨੇ ਉਹਨਾਂ ਦੇ ਹਥਿਆਰ ਹਨ, ਟੈਂਕਸ, ਮਿਸਲਸ, ਦਿਸ ਦੈਟ ਫਲਾਨਾ, ਕਿ ਯੂਕਰੇਨ ਤੱਕ ਉਹਨਾਂ ਦੇ ਨਾਲ ਕਿਸ ਤਰ੍ਹਾਂ ਮੁਕਾਬਲਾ ਕਰੂਗਾ। ਉਹ ਸਾਰੀ ਚੀਜ਼ਾਂ ਹੁਣ ਤੁਸੀਂ ਕਹਿ ਲਓ ਡਿਸਪਰੂਵ ਹੋਈਆਂ। ਰਸ਼ੀਆ ਦੀ ਮਿਲਟਰੀ ਡਿਸਆਰਗਨਾਈਜ਼ਡ ਅਤੇ ਲੋ ਮੋਰਲ ਦੇ ਨਾਲ ਵੇਖਣ ਨੂੰ ਮਿਲ ਰਹੀ ਹੈ ਆਪਰੇਟ ਕਰਦੀ ਹੋਈ। ਭਾਵੇਂ ਉਹਨਾਂ ਦੇ ਕੋਲ ਫਾਇਰ ਪਾਵਰ ਵੱਡੀ ਗਿਣਤੀ ਜ਼ਰੂਰ ਹੋਏ, ਲੇਕਿਨ ਉਹਦਾ ਅਸਰ ਜਿਸ ਤਰ੍ਹਾਂ ਸਾਰਿਆਂ ਨੇ ਐਕਸਪੈਕਟ ਕੀਤਾ ਸੀ ਉਸ ਤਰ੍ਹਾਂ ਨਹੀਂ ਹੋ ਰਿਹਾ। ਇਨਫੈਕਟ ਯੂਕਰੇਨ ਦੀ ਫੋਰਸਿਸ, ਜਿਹਦੇ ਵਿੱਚ ਕਾਫੀ ਲੋਕਲ ਆਮ ਲੋਕੀ ਸ਼ਾਮਿਲ ਹੋਏ ਹਨ, ਯੰਗ ਪ੍ਰੋਫੈਸ਼ਨਲਸ, ਬਜ਼ੁਰਗ, ਮਿਡਲ ਏਜਡ, ਐਜੂਕੇਟਡ ਐਕੈਡੈਮਿਕਸ, ਰੈਗੂਲਰ ਲੋਕੀ ਹਥਿਆਰ ਚੱਕ ਕੇ ਆਪ ਦੇ ਮੁਲਕ ਨੂੰ ਡਿਫੈਂਡ ਕਰਨ ਲਈ ਇਸ ਲੜਾਈ ਦੇ ਵਿੱਚ ਸ਼ਾਮਿਲ ਹੋਏ ਹੈ ਅਤੇ ਉਹ ਮੁਕਾਬਲਾ ਕਰ ਰਹੇ ਹੈ ਇਸ ਰਸ਼ੀਅਨ ਮਿਲਟਰੀ ਦਾ, ਐਂਡ ਉਹਨਾਂ ਨੂੰ ਇੱਕ ਟੱਕਰ ਦੇ ਰਿਹਾ ਹੈ। ਅੱਜ ਪਹਿਲਾ ਦਿਨ ਸੀਗਾ ਜਿੱਥੇ ਰਸ਼ੀਅਨ ਅਤੇ ਯੂਕਰੇਨੀਅਨ ਦੇ ਵਿੱਚ ਇੱਕ ਬੈਲਾਰੂਸ ਮੁਲਕ ਦੇ ਵਿੱਚ ਟਾਕਸ ਹੋਈਆਂ, ਬੈਠਕ ਹੋਈ, ਬਟ ਉਸ ਬੈਠਕ ਦਾ ਕੋਈ ਜ਼ਿਆਦਾ ਨਤੀਜਾ ਨਹੀਂ ਵੇਖਣ ਨੂੰ ਮਿਲਿਆ। ਐਂਡ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਦੁਨੀਆ ਦੇ ਵਿੱਚ ਬਦਲਾਵ ਆਇਆ ਹੈ, ਵਨਸ ਅਗੇਨ ਸਿਰਫ ਕੁਝ ਦਿਨਾਂ ਦੇ ਵਿੱਚ, ਇਹ ਜੋ ਲਫ਼ਜ਼ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਕੋਲਡ ਵਾਰ, ਜੋ ਕਿ 80s 90s ਦੇ ਵਿੱਚ ਲੋਕਾਂ ਨੂੰ ਬਹੁਤ ਮਹਿਸੂਸ ਹੋਈ ਸੀ, ਉਹਨੂੰ ਇੱਕ ਵਾਰੀ ਫਿਰ ਜਗਾਇਆ ਜਾ ਰਿਹਾ ਕਿ ਅਸੀਂ ਫਿਰ ਇੱਕ ਨਵੀਂ ਕੋਲਡ ਵਾਰ ਦੇ ਤਰਫ ਤਾਂ ਨਹੀਂ ਜਾ ਰਹੇ ਜਿੱਥੇ ਵੈਸਟਰਨ ਫੋਰਸਿਸ ਰਸ਼ੀਆ ਨੂੰ ਜਾਂ ਮਾਸਕੋ ਨੂੰ ਕੰਟੇਨ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਇਕਜੁੱਟ ਹੋ ਰਹੀਆਂ। ਸੋ ਜੋ ਇਹ ਨਵੀਂ ਕੋਲਡ ਵਾਰ ਹੈਗੀ, ਇਹਦਾ ਸਭ ਤੋਂ ਪਹਿਲਾਂ ਤੁਸੀਂ ਕਹਿ ਲਓ ਸਭ ਤੋਂ ਪਹਿਲੀ ਸਟ੍ਰਾਈਕ ਵੈਸਟਰਨ ਫੋਰਸਿਸ ਵੱਲੋਂ, ਯੂਰਪ ਵੱਲੋਂ, ਅਮਰੀਕਾ ਵੱਲੋਂ, ਵੱਖ-ਵੱਖ ਮੁਲਕਾਂ ਵੱਲੋਂ ਸੈਂਕਸ਼ਨਸ ਦੇ ਤੌਰ 'ਤੇ ਵੇਖਣ ਨੂੰ ਮਿਲੀਆਂ। ਸੈਂਕਸ਼ਨਸ ਆਫ ਕੋਰਸ ਵੱਡੇ ਅਤੇ ਛੋਟੇ ਲੈਵਲ 'ਤੇ ਇਸ ਵੇਲੇ ਮੌਜੂਦ ਹਨ। ਤੁਸੀਂ ਸੈਂਕਸ਼ਨਸ ਬਾਰੇ ਵੀ ਕੁਝ ਹੈਡਲਾਈਨਸ ਵੇਖ ਸਕਦੇ ਹੋ। ਇਹਨਾਂ ਦਾ ਜੋ ਸੈਂਟਰਲ ਬੈਂਕ
of Russia ਹੈਗਾ ਉਹਦੇ ਤੇ ਕਾਫੀ ਪਾਰਾ ਇੰਪੈਕਟ ਪਿਆ। ਇਨ ਫੈਕਟ ਰਸ਼ੀਆ ਦੇ ਵਿੱਚ ਤਾਂ ਥੱਲੀ ਮੱਚ ਚੁੱਕੀ ਹੈ। ਲੋਕੀ ATMs ਦੇ ਅੱਗੇ ਲਾਈਨਾਂ ਲਾ ਰਹੇ ਹੈ, ਆਪ ਦੇ ਪੈਸੇ ਕੱਢ ਰਹੇ ਹੈ। ਭਾਵੇਂ ਰਸ਼ੀਆ ਦੇ ਪਹਿਲੇ ਐਸਟੀਮੇਟ ਸੀਗੇ, ਵਨਸ ਅਗੇਨ 5 ਦਿਨਾਂ ਪਹਿਲੇ ਇਹ ਐਸਟੀਮੇਟ ਸੀਗੇ ਕਿ ਸੈਂਕਸ਼ਨਸ ਜ਼ਿਆਦਾ ਨਹੀਂ ਵਿਗਾੜ ਸਕਦੇ ਰਸ਼ੀਆ ਦਾ, ਦੈਟ ਰਸ਼ੀਆ ਨੇ ਇੱਕ ਕਿਸਮ ਦਾ ਆਪਣੇ ਆਪ ਨੂੰ ਸੈਂਕਸ਼ਨ ਪ੍ਰੂਫ ਕਰ ਲਿਆ ਹੈ। ਉਹ ਸਾਰੀ ਪ੍ਰੈਡਿਕਸ਼ਨਸ ਵੀ ਡਿਸਪਰੂਵ ਹੋ ਰਹੀਆਂ। ਜਿਸ ਤਰ੍ਹਾਂ ਜੋ ਰਸ਼ੀਅਨ ਕਰੰਸੀ ਹੈਗੀ ਰੂਬਲ ਪਿਛਲੇ 2 ਕੁ ਦਿਨਾਂ ਦੇ ਵਿੱਚ ਇੰਨੀ ਸਵੀਅਰਲੀ ਡਿੱਗਿਆ ਹੈ। ਤੁਸੀਂ ਸਕਰੀਨ 'ਤੇ ਇਹ ਚਾਰਟ ਵੇਖ ਸਕਦੇ ਹੋ ਕਿ ਜੋ ਅਖੀਰ ਦੀ ਲਾਈਨ ਹੈਗੀ ਜਿੱਥੇ 2022 ਸਾਲ ਲਿਖਿਆ ਹੋਇਆ, ਉੱਥੇ ਕਿੰਨਾ ਸ਼ਾਰਪ ਡ੍ਰੌਪ ਹੈਗਾ ਰੂਬਲ ਦੇ ਵਿੱਚ। ਇਨ ਫੈਕਟ ਇਹ ਇੰਨਾ ਸ਼ਾਰਪ ਡ੍ਰੌਪ ਹੋਇਆ ਹੈ, ਇੰਨਾ ਸ਼ਾਰਪ ਇਹ ਡ੍ਰੌਪ ਹੋਇਆ ਕਿ ਜੋ ਸੈਂਕਸ਼ਨਸ ਪ੍ਰੂਫ ਕਿਹਾ ਗਿਆ ਸੀ ਕਿ ਰਸ਼ੀਆ ਸੈਂਕਸ਼ਨਸ ਪ੍ਰੂਫ ਹੈਗਾ, ਉਹਨਾਂ ਨੇ ਲਗਭਗ 600 ਬਿਲੀਅਨ ਡਾਲਰਸ ਦੇ ਨੈਟ ਵਰਥ ਅਕਿਊਮੂਲੇਟ ਕੀਤੀ ਹੈ ਵੱਖ-ਵੱਖ ਐਸੈਟਸ ਦੇ ਵਿੱਚ, ਕਿ ਇਹ ਨੈਟ ਵਰਥ ਉਹਨਾਂ ਨੂੰ ਸੈਂਕਸ਼ਨਸ ਤੋਂ ਵੀ ਬਚਾ ਸਕਦੀ ਹੈ। ਉਹਦੀ ਵੀ ਅੱਜ ਦੀ ਡੇਟ ਦੇ ਵਿੱਚ ਕੁਐਸਚਨ ਹੋ ਰਹੀ ਹੈ ਕਿ ਇਹ ਨੈਟ ਵਰਥ ਭਾਵੇਂ ਹੈਗੀ ਰਸ਼ੀਆ ਦੀ 600 ਬਿਲੀਅਨ ਔਨ ਐਵਰੇਜ, ਬਟ ਇਹ ਜਿੱਥੇ ਉਹਨਾਂ ਨੇ ਰੱਖੀ ਹੋਈ ਹੈ ਉਹ ਬਾਹਰਲੇ ਮੁਲਕਾਂ ਦੇ ਬੈਂਕਸ ਹਨ, ਸਵਿਸ ਬੈਂਕਸ ਹਨ, ਸੈਂਟਰਲ ਬੈਂਕਸ ਹਨ, ਅਮਰੀਕਨ ਬੈਂਕਸ ਹਨ। ਐਂਡ ਅੱਜ ਇਹ ਸਾਰੇ ਬੈਂਕਸ ਕਹਿ ਰਹੇ ਕਿ ਤੁਹਾਡੇ ਐਸੈਟਸ ਅਸੀਂ ਫਰੀਜ਼ ਕਰਤੇ ਹੈ। ਇਨ ਫੈਕਟ ਅੱਜ ਮੰਡੇ ਦੇ ਦਿਨ ਐਂਡ ਮੋਸਟ ਲਾਈਕਲੀ ਕੱਲ੍ਹ ਟਿਊਜ਼ਡੇ ਦੇ ਦਿਨ ਰਸ਼ੀਆ ਦੀ ਸਟਾਕ ਮਾਰਕੀਟ ਵੀ ਬੰਦ ਸੀਗੀ। ਰਸ਼ੀਆ ਦੇ ਏਅਰਪਲੇਨਸ ਇਸ ਵੇਲੇ ਕਾਫੀ ਮੁਲਕਾਂ ਦੇ ਵਿੱਚ ਨਹੀਂ ਐਕਸੈਪਟ ਹੋ ਰਹੇ। ਸੋ ਤੁਸੀਂ ਕਹਿ ਲਓ ਇੱਕ ਗਲੋਬਲ ਰਿਸਪੌਂਸ ਵੇਖਣ ਨੂੰ ਮਿਲਿਆ। ਇਟਸ ਸੋ ਬਿਗ, ਇੰਨਾ ਹੀ ਸਿਗਨੀਫਿਕੈਂਟ ਹੈਗਾ ਇਹ ਰਿਸਪੌਂਸ ਕਿ ਹਿਸਟੋਰੀਕਲੀ ਸਪੀਕਿੰਗ ਇੱਕ ਇਹੋ ਜਿਹਾ ਮੁਲਕ ਜੋ ਕਿ ਨੈਪੋਲੀਅਨ ਦੇ ਟਾਈਮ ਤੋਂ ਆਪ ਦੀ ਨਿਊਟਰਲ ਜਾਂ ਨਿਊਟਰੈਲਿਟੀ ਮੇਨਟੇਨ ਕਰਦਾ ਆ ਰਿਹਾ, ਸਵਿਟਜ਼ਰਲੈਂਡ ਵੀ ਇਸ ਰਿਸਪੌਂਸ ਦੇ ਵਿੱਚ ਇਨਵੋਲਵ ਹੋਇਆ। ਵਨਸ ਅਗੇਨ ਨੈਪੋਲੀਅਨ ਬੋਨਾਪਾਰਟ ਦੇ ਟਾਈਮ ਤੋਂ ਸਵਿਟਜ਼ਰਲੈਂਡ ਆਪਣੇ ਆਪ ਨੂੰ ਇੱਕ ਨਿਊਟਰਲ ਪਾਰਟੀ ਦੇ ਤੌਰ 'ਤੇ ਕੰਡਕਟ ਕਰ ਰਿਹਾ ਹੈ, ਬਟ ਅੱਜ ਸਵਿਟਜ਼ਰਲੈਂਡ ਨੇ ਵੀ ਕਾਫੀ ਪ੍ਰੈਸ਼ਰ ਦੇ ਅੰਡਰ ਆ ਕੇ ਇਹ ਕਿਹਾ ਕਿ ਨਾਟ ਓਨਲੀ ਉਹ ਵੀ ਸੈਂਕਸ਼ਨਸ ਇੰਪੋਜ਼ ਕਰਨਗੇ, ਬਟ ਜਿੱਥੇ ਰਸ਼ੀਅਨ ਓਲੀਗਾਰਕਸ ਜੋ ਕਿ ਬਹੁਤ ਜ਼ਿਆਦਾ ਅਮੀਰ ਅਤੇ ਪਾਵਰਫੁਲ ਰਸ਼ੀਆ ਦੇ ਆਪਰੇਟਿੰਗ ਮੈਂਬਰਸ ਹਨ, ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਕਾਫੀ ਕਲੋਜ਼ਲੀ ਕੰਮ ਕਰਦੇ ਜੁੜੇ ਹੋਏ, ਕਾਫੀ ਆਦਾਨ ਸ਼ਾਇਦ ਪ੍ਰੈਜ਼ੀਡੈਂਟ ਪੁਟਿਨ ਦੀ ਆਪਣੀ ਵੀ ਵੈਲਥ ਸਵਿਸ ਬੈਂਕਸ ਦੇ ਵਿੱਚ ਰੱਖੀ ਹੋਈ ਹੈ। ਇਟ ਇਜ਼ ਅ ਫੇਵਰੇਟ, ਇਹ ਚੀਜ਼ ਕਹੀ ਗਈ ਹੈ ਕਿ ਜੋ ਸਵਿਸ ਬੈਂਕਸ ਹਨ ਉੱਥੇ ਕਾਫੀ ਰਸ਼ੀਅਨ ਪੈਸਾ ਰੱਖਿਆ ਗਿਆ। ਸੋ ਇਹ ਬਹੁਤ ਇੱਕ ਸਿਗਨੀਫਿਕੈਂਟ ਮੂਵ ਹੈਗੀ। ਬਟ ਮੋਸਟ ਇੰਪੋਰਟੈਂਟਲੀ ਸਭ ਤੋਂ ਇੰਪੋਰਟੈਂਟ ਚੀਜ਼ ਇਸ ਕ੍ਰਾਈਸਿਸ ਦੇ ਵਿੱਚ ਜੋ ਮਾਈਗਰੈਂਟਸ ਉੱਤੇ ਮਾਈਗਰੈਂਟਸ ਦੀ ਮੂਵਮੈਂਟ ਤੁਸੀਂ ਕਹਿ ਸਕਦੇ ਹੋ ਵੇਖਣ ਨੂੰ ਮਿਲ ਰਹੀ ਹੈ। ਵਨਸ ਅਗੇਨ ਪੀਸਫੁਲ ਕੰਟਰੀ ਯੂਕਰੇਨ ਸੀਗਾ, ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਸਿਟੀਜ਼ਨਸ ਹਥਿਆਰ ਚੁੱਕ ਕੇ ਆਪਦੇ ਮੁਲਕ ਨੂੰ ਡਿਫੈਂਡ ਕਰ ਰਹੇ। ਉਹਨਾਂ ਦੀ ਛੋਟੀ ਬਟ ਪਾਵਰਫੁਲ ਮਿਲੀਟਰੀ ਜੋਸ਼ ਦੇ ਨਾਲ ਲੜੀ ਹੈ। ਯੂਕਰੇਨ ਦੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੂੰ ਯੂਨਾਈਟਿਡ ਸਟੇਟਸ ਨੇ ਤੱਕ ਕਿਹਾ ਕਿ ਤੁਸੀਂ ਇਵੈਕਿਊਏਟ ਕਰ ਜਾਓ, ਹਾਲੇ ਤੱਕ ਕੈਪੀਟਲ ਵਿੱਚ ਮੌਜੂਦ ਹਨ ਅਤੇ ਆਪਣੇ ਸਿਟੀਜ਼ਨਸ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਲੜ ਰਹੇ ਹੈ। ਅੱਜ ਯੂਕਰੇਨ ਤੋਂ ਇਨ 5 ਦਿਨਾਂ ਦੇ ਵਿੱਚ ਲਗਭਗ 500,000 ਮਾਈਗਰੈਂਟਸ ਮੂਵ ਹੋਏ। ਇੱਕ ਵਾਰੀ ਫਿਰ ਮੈਂ ਤੁਹਾਨੂੰ ਇਹ ਮੈਪ ਦਿਖਾਉਣਾ ਚਾਹੁੰਦੀ ਹਾਂ। ਇਸ ਮੈਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੋ ਚੰਕ ਹੈਗਾ ਮਾਈਗ੍ਰੇਸ਼ਨ ਦਾ, ਜੋ ਸਭ ਤੋਂ ਵੱਡਾ ਹਿੱਸਾ ਹੈ ਇਨ ਮਾਈਗਰੈਂਟਸ ਦਾ, ਉਹ ਪੋਲੈਂਡ ਮੁਲਕ ਦੇ ਵਿੱਚ ਜਾ ਰਿਹਾ ਹੈ। ਹੋਰ ਮੁਲਕਾਂ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਹੋ ਰਹੀ ਹੈ, ਮੋਲਡੋਵੀਆ, ਰੋਮੇਨੀਆ, ਹੰਗਰੀ, ਸਲੋਵਾਕੀਆ, ਬਟ ਸਭ ਤੋਂ ਜ਼ਿਆਦਾ ਮਾਈਗਰੈਂਟਸ ਪੋਲੈਂਡ ਦੇ ਵਿੱਚ ਮੂਵ ਹੋ ਰਿਹਾ ਹੈ। ਐਂਡ ਹਾਲੇ ਤੱਕ ਤਾਂ ਇਨ ਮੁਲਕਾਂ ਨੇ ਕਾਫੀ ਖੁੱਲ੍ਹੇ ਤੌਰ 'ਤੇ ਕਿਹਾ ਹੈ ਕਿ ਮਾਈਗਰੈਂਟਸ ਨੂੰ ਅਸੀਂ ਵੈਲਕਮ ਕਰਾਂਗੇ, ਉਹਨਾਂ ਲਈ ਸਾਡੇ ਬਾਰਡਰਸ ਖੁੱਲ੍ਹੇ ਹੈ, ਉਹਨਾਂ ਲਈ ਸਾਡੀ ਬਾਰਡਰ ਪੋਲਿਸੀਜ਼ ਅਸੀਂ ਤੁਸੀਂ ਕਹਿ ਲਓ ਵੇਵ ਕਰ ਰਹੇ ਹਾਂ, ਭਾਵੇਂ ਉਹ ਕੋਵਿਡ ਦੀ ਪੋਲਿਸੀਜ਼ ਹੋਣ, ਭਾਵੇਂ ਉਹ ਇਮੀਗ੍ਰੇਸ਼ਨ ਦੀ ਪੋਲਿਸੀਜ਼ ਹੋਣ। ਬਟ ਇਹ ਜੋ ਮਾਈਗਰੈਂਟ ਕ੍ਰਾਈਸਿਸ ਹੈਗੀ ਇਹ ਤਾਂ ਸਿਰਫ ਹਾਲੇ ਸ਼ੁਰੂ ਹੋਈ ਹੈ।
ਜਿਸ ਤਰ੍ਹਾਂ ਹੁਣ ਪ੍ਰੈਡਿਕਸ਼ਨਸ ਵੇਖਣ ਨੂੰ ਮਿਲ ਰਹੀਆਂ, ਸੁਣਨ ਨੂੰ ਮਿਲ ਰਹੀਆਂ ਕਿ ਇਹ ਜੋ ਇਨਵੇਜਨ ਹੈ, ਇਹ ਜੋ ਮਿਲੀਟਰੀ ਕ੍ਰਾਈਸਿਸ ਹੈਗੀ, ਇਹ ਲੰਬੇ ਸਮੇਂ ਲਈ ਚੱਲ ਸਕਦੀ ਹੈ। ਅਗਰ 5 ਦਿਨਾਂ ਦੇ ਵਿੱਚ ਸਾਨੂੰ 500,000 ਲੋਕਾਂ ਦੀ ਮਾਈਗ੍ਰੇਸ਼ਨ ਵੇਖਣ ਨੂੰ ਮਿਲੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਐਂਡ ਲੈਟਸ ਨਾਟ ਫੋਰਗੈਟ, ਯੂਕਰੇਨ ਮੁਲਕ ਦੇ ਵਿੱਚ ਸਿਰਫ ਯੂਕਰੇਨੀਅਨਸ ਨਹੀਂ ਰਹਿੰਦੇ, ਹੋਰ ਵੀ ਮੁਲਕਾਂ ਤੋਂ, ਹੋਰ ਵੀ ਬੈਕਗਰਾਊਂਡਸ ਤੋਂ ਲੋਕੀ ਰਹਿੰਦੇ, ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਹੋਰ ਵੱਖ-ਵੱਖ ਅਪਡੇਟਸ ਇਸ ਸਟੋਰੀ ਬਾਰੇ ਤੁਹਾਡੇ ਨਾਲ ਪੇਸ਼ ਕਰਾਂਗੇ। ਬਹੁਤ ਜ਼ਿਆਦਾ ਮੈਂ ਕਹਾਂਗੀ ਪਿਛਲੇ 2 ਦਿਨਾਂ ਦੇ ਵਿੱਚ ਡਿਵੈਲਪਮੈਂਟਸ ਹੋਈਆਂ ਤੇ ਅੱਜ ਲਾਈਵ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਤੁਸੀਂ ਵੀ ਕਾਲ ਕਰਕੇ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ। ਤੁਹਾਡੇ ਨਾਲ ਅੱਜ ਹਾਜ਼ਰ ਹੋਏ ਹਾਂ ਤੇ ਜ਼ਰੂਰ ਤੁਸੀਂ ਵੀ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਪਿਛਲੇ 5 ਦਿਨਾਂ ਤੋਂ ਅਸੀਂ ਲਗਾਤਾਰ ਇੱਕ ਹੀ ਸਟੋਰੀ ਨੂੰ ਲੈ ਕੇ ਤੁਹਾਡੇ ਨਾਲ ਪ੍ਰੋਗਰਾਮਿੰਗ ਪੇਸ਼ ਕਰ ਰਹੇ ਹਾਂ, ਬਿਕੋਜ਼ ਇੱਕ ਹੀ ਸਟੋਰੀ ਸਾਰੀ ਨਿਊਜ਼ ਨੂੰ, ਸਾਰੀ ਦੁਨੀਆ ਦੇ ਦਿਮਾਗ ਨੂੰ ਤੁਸੀਂ ਕਹਿ ਲਓ ਓਵਰਸ਼ੈਡੋ ਕਰ ਰਹੀ ਹੈ, ਓਵਰਟੇਕ ਕਰ ਚੁੱਕੀ ਹੈ। ਆਈ ਐਮ ਟਾਕਿੰਗ ਅਬਾਊਟ ਦੀ ਰਸ਼ੀਅਨ ਇਨਵੇਜਨ ਆਫ ਯੂਕਰੇਨ, ਜੋ ਕਿ ਇੱਕ ਪੀਸਫੁਲ ਮੁਲਕ ਸੀਗਾ, ਇੱਕ ਡਿਵੈਲਪਡ ਮੁਲਕ ਸੀਗਾ, ਇੱਕ ਫਰਸਟ ਵਰਲਡ ਕੰਟਰੀ ਸੀਗਾ। ਯੂਰਪ ਦੇ ਵਿੱਚ ਇਸ ਵੇਲੇ ਤਰਥੱਲੀ ਮਚੀ ਹੋਈ ਹੈ। ਇੱਕ ਨਵੀਂ ਤੁਸੀਂ ਕਹਿ ਲਓ ਵਰਲਡ ਵਾਰ ਦਾ ਖਤਰਾ ਪੂਰੀ ਦੁਨੀਆ ਫੇਸ ਕਰ ਰਹੀ ਹੈ। ਇੱਕ ਨਿਊਕਲੀਅਰ ਵਾਰ ਤੱਕ ਵੀ ਗੱਲ ਪਹੁੰਚ ਸਕਦੀ ਹੈ। ਐਂਡ ਇਨ ਸਾਰੀ ਚੀਜ਼ਾਂ ਦੇ ਪਿੱਛੇ ਰਸ਼ੀਅਨ ਅਗਰੈਸ਼ਨ, ਰਸ਼ੀਆ ਦੀ ਅਟੈਂਪਟਸ ਇੱਕ ਵਾਰੀ ਫਿਰ ਉਸ ਪੁਰਾਣੇ ਸੁਪਨੇ ਨੂੰ ਪੂਰਾ ਕਰਨ ਦੀ ਜੋ USSR ਕਦੀ ਹੁੰਦਾ ਸੀ, ਉਹਨੂੰ ਇੱਕ ਵਾਰੀ ਫਿਰ ਜੋੜਨ ਦੀ, ਉਨ ਲੋਕਾਂ ਦੀ ਖੁਆਇਸ਼ ਦੇ ਖਿਲਾਫ ਜੋ ਕਿ ਅੱਜ ਦੀ ਡੇਟ ਦੇ ਵਿੱਚ ਇੰਡੀਪੈਂਡੈਂਟ ਤੇ ਵੱਖਰੇ ਮੁਲਕ ਬਣਾ ਚੁੱਕੇ ਹਨ, ਮੁਲਕਾਂ ਦੇ ਵਿੱਚ ਆਪ ਦੀ ਵੱਖਰੀ ਆਈਡੈਂਟੀਟੀ ਬਣਾ ਚੁੱਕੇ ਹੈ। ਤੇ ਅੱਜ ਉਨ ਲੋਕਾਂ ਨੂੰ ਇਹ ਕਹਿਣਾ ਕਿ ਤੁਸੀਂ ਤਾਂ ਸਾਡੇ ਹਿੱਸੇ ਦੇ ਜ਼ਮੀਨ ਦੇ ਵਿੱਚ ਰਹਿੰਦੇ ਹੋ, ਤੁਸੀਂ ਤਾਂ ਸਾਡੇ ਮੁਲਕ ਦੇ ਵਿੱਚ ਬਿਲੋਂਗ ਕਰਦੇ ਹੋ, ਇਹਦੇ ਕਰਕੇ ਇਹ ਇੱਕ ਮਿਲੀਟਰੀ ਕ੍ਰਾਈਸਿਸ ਇਸ ਵੇਲੇ ਸ਼ੁਰੂ ਹੋਈ ਹੈ ਤੇ ਹੁਣ ਲੱਗਦਾ ਹੈ ਕਿ ਇਹਦੇ ਖਤਮ ਹੋਣ ਦਾ ਕੋਈ ਕਿਸੇ ਨੂੰ ਵੀ ਹਿਸਾਬ ਨਹੀਂ ਹੈਗਾ ਕਿ ਕਦੋਂ ਇਹ ਚੀਜ਼ ਰਿਜ਼ੋਲਵ ਹੋਏਗੀ। ਭਾਵੇਂ ਰਸ਼ੀਆ ਤੇ ਯੂਕਰੇਨ ਦੇ ਵਿੱਚ ਪਹਿਲੀ ਬੈਠਕ ਹੋ ਚੁੱਕੀ ਹੈ, ਬੈਲਾਰੂਸ ਦੇ ਵਿੱਚ। ਇੱਥੇ ਇਹ ਚੀਜ਼ ਮੈਂਸ਼ਨ ਕਰਨੀ ਜ਼ਰੂਰੀ ਹੈ ਕਿ ਬੈਲਾਰੂਸ ਦੇ ਵਿੱਚ ਜਿੱਥੇ ਇਹ ਬੈਠਕ ਹੋਈ, ਉਹ ਇੱਕ ਇਹੋ ਜਿਹਾ ਮੁਲਕ ਹੈਗਾ ਨਾ ਕਿ ਸਿਰਫ ਰਸ਼ੀਆ ਦੇ ਨਾਲ ਜੁੜਿਆ ਹੋਇਆ ਇਨ ਟਰਮਸ ਆਫ ਅਲਾਇੰਸ, ਬਟ ਮਿਲੀਟੈਰੀਲੀ ਵੀ ਰਸ਼ੀਆ ਨੂੰ ਸਪੋਰਟ ਕਰ ਰਿਹਾ, ਨਾ ਕਿ ਸਿਰਫ ਰਸ਼ੀਅਨ ਤੁਸੀਂ ਕਹਿ ਲਓ ਕਰੂਜ਼ ਮਿਸਾਈਲ ਲਾਂਚਰਸ ਤੇ ਕਾਫੀ ਸਾਰੀ ਮਿਲੀਟਰੀ ਇਕੁਇਪਮੈਂਟ ਬੈਲਾਰੂਸ ਦੇ ਵਿੱਚ ਸਟੇਸ਼ਨਡ ਹਨ। ਬੈਲਾਰੂਸ ਤੋਂ ਯੂਕਰੇਨ ਤੇ ਮਿਸਾਈਲਸ ਲਾਂਚ ਕੀਤੀਆਂ ਜਾ ਰਹੀਆਂ, ਬਟ ਬੈਲਾਰੂਸ ਦੀ ਆਪ ਦੀ ਆਰਮੀ ਵੀ ਹੁਣ ਰਸ਼ੀਅਨ ਆਰਮੀ ਦੇ ਨਾਲ ਜੁੜ ਕੇ ਯੂਕਰੇਨ ਇਨਵੇਜਨ ਦੇ ਵਿੱਚ ਹਿੱਸਾ ਲੈ ਰਹੀ ਹੈ। ਸੋ ਇੱਥੇ ਇੱਕ ਬਹੁਤ ਵੱਡਾ ਸਵਾਲ ਉੱਠਦਾ ਹੈ ਕਿ ਕੀ ਬੈਲਾਰੂਸ ਇੱਕ ਨਿਊਟਰਲ ਗਰਾਊਂਡ ਵੀ ਹੈਗੀ ਇਸ ਤਰ੍ਹਾਂ ਦੀ ਬੈਠਕ ਲਈ। ਐਂਡ ਆਫ ਕੋਰਸ ਕੋਈ ਇਹਦਾ ਜ਼ਿਆਦਾ ਵੱਡਾ ਨਤੀਜਾ ਨਹੀਂ ਨਿਕਲਿਆ ਇਨ ਐਨੀ ਕੇਸ। ਇਸ ਮਿਲੀਟਰੀ ਇਨਵੇਜਨ ਨੂੰ ਲੈ ਕੇ ਵੱਖ-ਵੱਖ ਵੱਡੀ ਕ੍ਰਾਈਸਿਸ, ਇੱਕ ਨਹੀਂ ਬਥੇਰੀ ਕ੍ਰਾਈਸਿਸ ਵੇਖਣ ਨੂੰ ਮਿਲ ਰਹੀ ਹੈ। ਅਗਰ ਤੁਸੀਂ ਹਿਊਮੈਨਿਟੇਰੀਅਨ ਤੌਰ 'ਤੇ ਦੇਖੋ ਤੇ ਜੋ ਮਾਈਗ੍ਰੈਂਟ ਕ੍ਰਾਈਸਿਸ ਹੈਗੀ, historically one of the largest so far. I want to go back to the map. ਇਸ ਮੈਪ ਤੇ ਤੁਸੀਂ ਵੇਖ ਸਕਦੇ ਹੋ ਕਿ ਲਗਭਗ 500,000 ਜੋ ਮਾਈਗ੍ਰੈਂਟਸ ਇਨ 5 ਦਿਨਾਂ ਦੇ ਵਿੱਚ ਯੂਕਰੇਨ ਨੂੰ ਛੱਡ ਕੇ ਬੇਸਬਰੀ ਦੇ ਨਾਲ ਨਿਕਲਣ ਦੀ ਕੋਸ਼ਿਸ਼ ਕਰ ਰਹੇ, ਜਾਨ ਬਚਾ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ। ਉਹਨਾਂ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਪੋਲੈਂਡ ਮੁਲਕ ਦੇ ਵਿੱਚ ਜਾ ਰਹੇ ਹੈ। ਬਿਫੋਰ ਆਈ ਮੂਵ ਔਨ, ਮੈਂ ਇੱਥੇ ਇਹ ਤੁਹਾਡੀ ਅਟੈਂਸ਼ਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ ਕਿ ਇਸ ਮਾਈਗ੍ਰੈਂਟ ਕ੍ਰਾਈਸਿਸ ਦੇ ਵਿੱਚ ਪੋਲੈਂਡ, ਹੰਗਰੀ, ਰੋਮੇਨੀਆ, ਇਹ ਜੋ ਮੁਲਕ ਹਨ, ਇਹਨਾਂ ਨੇ ਕਾਫੀ ਖੁੱਲ੍ਹੇ ਤਰੀਕੇ ਨਾਲ ਕਿਹਾ ਹੈ ਕਿ ਅਸੀਂ ਯੂਕਰੇਨੀਅਨਸ ਨੂੰ ਸਾਡੇ ਮੁਲਕ ਦੇ ਵਿੱਚ ਆਉਣ ਦੇਣਗੇ, ਉਹਨਾਂ ਲਈ ਅਸੀਂ ਜਗ੍ਹਾ ਬਣਾਵਾਂਗੇ, ਉਹਨਾਂ ਦੀ ਮਦਦ ਕਰਾਂਗੇ, ਉਨ ਰੈਫਿਊਜੀਜ਼ ਨੂੰ ਅਸੀਂ ਹੈਲਪ ਕਰਾਂਗੇ। ਬਟ ਇਨ ਮੁਲਕਾਂ ਦੀ ਜੋ ਪਾਸਟ ਹਿਸਟਰੀ ਰਹੀ ਹੈ, ਇਹ ਜੋ ਹਿਸਟਰੀ ਹੈਗੀ, ਇਹ ਇੱਕ ਤੁਸੀਂ ਕਹਿ ਲਓ ਡਿਸਕ੍ਰਿਮੀਨੇਟੋਰੀ ਹਿਸਟਰੀ ਹੈ। ਬਿਕੋਜ਼ ਜਦੋਂ 2015 ਦੇ ਵਿੱਚ ਇੱਕ ਬਹੁਤ ਵੱਡੀ ਸੀਰੀਅਨ ਕ੍ਰਾਈਸਿਸ ਹੋਈ ਸੀ, ਜਦੋਂ ਮਿਲੀਅਨਸ ਦੇ ਹਿਸਾਬ ਦੇ ਨਾਲ ਸੀਰੀਅਨਸ ਨੂੰ ਦੁਨੀਆ ਦੇ ਵਿੱਚ ਰੈਫਿਊਜੀ ਸਟੇਟਸ ਦੀ ਲੋੜ ਸੀਗੀ, ਯੂਰਪ ਨੇ ਕਾਫੀ ਸਾਰੇ ਐਕਸੈਪਟ ਵੀ ਕੀਤੇ, ਬਟ ਕੁਝ ਇਹੋ ਜਿਹੇ ਮੁਲਕ ਸੀਗੇ ਜਿਨ੍ਹਾਂ ਨੇ ਸਾਫ਼ ਕਹਿਤਾ ਕਿ ਅਸੀਂ ਨਹੀਂ ਇਨ ਸੀਰੀਅਨਸ ਨੂੰ
ਐਕਸੈਪਟ ਕਰਾਂਗੇ ਤੇ ਹੁਣ ਉਹੀ ਮੁਲਕ ਕਹਿ ਰਿਹਾ ਕਿ ਅਸੀਂ ਯੂਕਰੇਨੀਅਨਸ ਨੂੰ ਐਕਸੈਪਟ ਕਰ ਲਾਂਗੇ। ਇਨਫੈਕਟ ਇਹਨਾਂ ਦੇ ਵਿੱਚੋਂ ਇੱਕ ਇਹੋ ਜਿਹਾ ਵੀ ਮੁਲਕ ਹੈਗਾ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਹੈ ਕਿ ਦੇਖੋ ਯੂਕਰੇਨੀਅਨ ਮਾਈਗ੍ਰੈਂਟਸ ਤਾਂ ਸਮਝਦਾਰ ਹਨ, ਪੜ੍ਹੇ ਲਿਖੇ ਹਨ, ਰੈਡੀਕਲਾਈਜ਼ ਨਹੀਂ ਹੈਗੇ, ਇਸ ਕਰਕੇ ਅਸੀਂ ਇਹਨਾਂ ਨੂੰ ਆਪ ਦੇ ਮੁਲਕਾਂ ਦੇ ਵਿੱਚ ਆਉਣ ਦੇ ਰਹੇ ਹੈ। ਸੋ ਜੋ ਉਹਨੇ ਕਿਹਾ ਤੇ ਜੋ ਨਹੀਂ ਕਿਹਾ ਉਹਦੇ ਬਾਰੇ ਅਸੀਂ ਹਿਸਾਬ ਲਾ ਸਕਦੇ ਹਾਂ। ਕਾਲਰ ਸਾਡੇ ਨਾਲ ਜੁੜ ਚੁੱਕੇ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ ਸਤਿ ਸ਼੍ਰੀ ਅਕਾਲ ਸੁਨੀਤਾ ਜੀ, ਬੜੀ ਤੁਹਾਡਾ ਅੱਛਾ ਤੁਹਾਡਾ ਟਾਪਿਕ ਲੈ ਕੇ ਆਏ ਅੱਜ। ਥੈਂਕ ਯੂ ਜੀ। ਬੜਾ ਕਾਫੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ ਇਸ ਲੜਾਈ ਦੇ ਵਿੱਚ। ਮੈਂ ਦੇਖ ਰਿਹਾ ਕਿ ਸਿਵਲੀਅਨ ਜਿਹੜੇ ਵਿਚਾਰੇ ਹੈਗੇ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਦੋਨਾਂ ਕੰਟਰੀਆਂ ਦੇ ਵਿੱਚ, ਕਿਉਂਕਿ ਇਹਨਾਂ ਦੀ ਰਸ਼ੀਆ ਔਰ ਯੂਕਰੇਨ ਇਹਨਾਂ ਦੀ ਲੈਂਗੁਏਜ ਇੱਕੋ ਹੈ, ਕਲਚਰ ਇੱਕੋ ਹੈ, ਆਪਣੇ ਬ੍ਰਦਰ ਸਿਸਟਰਸ ਆਪਣੇ ਭਾਈ ਟਾਈਪ ਦੇ ਹੈਗੇ ਸਾਰੇ, ਤੇ ਆਪਸ ਵਿੱਚ ਹੁਣ ਉੱਪਰੋਂ ਹਕੂਮਤਾਂ ਉੱਪਰ ਜਿਹੜੇ ਬੈਠੇ ਉਹਨਾਂ ਦੇ ਕਾਰਨ ਕਰਕੇ ਇਹਨਾਂ ਨੂੰ ਲੜਨਾ ਪੈ ਰਿਹਾ ਹੈ ਜੀ। ਤੇ ਮੇਰੀ ਇੱਕ ਸੁਜੈਸ਼ਨ ਸੀ, ਇਹਨਾਂ ਨੂੰ ਚਾਹੀਦਾ ਸੀ ਕਿ ਵਿੱਚ ਟਾਈਮ ਤੇ ਇਹਨਾਂ ਨੂੰ ਸੀਜ਼ਫਾਇਰ ਥੋੜੀ ਕਰਨੀ ਚਾਹੀਦੀ ਹੈ, ਰੈੱਡ ਕਰਾਸ ਨੂੰ ਟਾਈਮ ਦੇਣਾ ਚਾਹੀਦਾ, ਉਹਨਾਂ ਨੂੰ ਜਿਹੜੇ ਬਜ਼ੁਰਗ ਹੈ ਬੱਚੇ ਹੈ ਉਹਨਾਂ ਨੂੰ ਨਿਕਾਲਣ ਵਾਸਤੇ, ਜਿਸ ਤਰ੍ਹਾਂ ਸਟੂਡੈਂਟ ਫਸੇ ਹੋਏ ਉਹਨਾਂ ਨੂੰ ਨਿਕਾਲਣ ਵਾਸਤੇ ਇਹਨਾਂ ਨੂੰ ਕੋਈ ਇਹੋ ਜਿਹਾ ਟਾਈਮ ਦੇਣਾ ਚਾਹੀਦਾ, ਉਹਨਾਂ ਨੂੰ ਵਾਰ ਦੇ ਵਿੱਚ ਥੋੜਾ ਟਾਈਮ ਰੋਕ ਕੇ ਕਿ ਉਹਨਾਂ ਨੂੰ ਸਹੀ ਸਲਾਮਤ ਇੱਥੋਂ ਬਾਰਡਰ ਤੋਂ ਕੱਢਿਆ ਜਾਵੇ। ਬਿਲਕੁਲ ਬਿਲਕੁਲ, ਇਹ ਤੁਹਾਡਾ ਬਹੁਤ ਵਧੀਆ ਸੁਜੈਸ਼ਨ ਹੈਗੀ। ਤੁਸੀਂ ਇਨ ਸਟੂਡੈਂਟਸ ਬਾਰੇ ਗੱਲ ਕੀਤੀ ਹੈ, ਉਹਨਾਂ ਬਾਰੇ ਗੱਲ ਕੀਤੀ ਹੈ, ਸਿਵਿਲੀਅਨਸ, ਬਟ ਜਿਸ ਤਰ੍ਹਾਂ ਇਹ ਕ੍ਰਾਈਸਿਸ ਵੱਧ ਰਹੀ ਹੈ ਹੁਣ ਤਾਂ ਲੱਗਦਾ ਸਿਵਿਲੀਅਨਸ ਵੀ ਨਹੀਂ ਸੇਫ ਹਨ, ਸੁਰੱਖਿਅਤ ਹਨ। ਇਨਫੈਕਟ ਰੈਜ਼ੀਡੈਂਸ਼ੀਅਲ ਬਿਲਡਿੰਗਸ 'ਤੇ ਅਟੈਕਸ ਵੇਖਣ ਨੂੰ ਮਿਲ ਰਹੇ, ਮਿਸਲਸ, ਰੌਕਟਸ, ਵੱਡੇ ਰੌਕਟਸ ਬਹੁਤ ਹੀ ਤੁਸੀਂ ਕਹਿ ਲਓ ਵੱਡੇ ਸ਼ਹਿਰਾਂ ਦੇ ਵਿੱਚ ਸਿੱਟੇ ਜਾ ਰਹੇ। ਇੱਥੇ ਕੋਈ ਮਿਲੀਟਰੀ ਇਨਫਰਾਸਟਰਕਚਰ ਜਾਂ ਪ੍ਰੈਜ਼ੈਂਸ ਨਹੀਂ ਹੈਗੀ। ਹਸਪਤਾਲਾਂ 'ਤੇ, ਸਕੂਲਾਂ 'ਤੇ ਬੱਚਿਆਂ ਦੀ ਜਾਨਾਂ ਜਾ ਰਹੀਆਂ। ਐਂਡ ਜਿਸ ਤਰ੍ਹਾਂ ਕਾਲਰ ਨੇ ਹੁਣੇ ਕਿਹਾ, ਖਾਸ ਕਰਕੇ ਜੋ ਸਟੂਡੈਂਟਸ ਹਨ ਉਹਨਾਂ ਦੇ ਬਾਰੇ ਕੁਝ ਅਪਡੇਟਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ, ਖਾਸ ਕਰਕੇ ਇੰਡੀਅਨ ਸਟੂਡੈਂਟਸ ਜੋ ਕਾਫੀ ਵੱਡੀ ਗਿਣਤੀ ਦੇ ਵਿੱਚ ਯੂਕਰੇਨ 'ਚ ਪੜ੍ਹਨ ਜਾਂਦੇ ਹੈ। ਐਂਡ ਇਸ ਵੇਲੇ hundreds of ਇੰਡੀਅਨ ਨੈਸ਼ਨਲਸ ਜੋ ਕਿ ਯੂਕਰੇਨ ਦੇ ਵਿੱਚ ਮੌਜੂਦ ਹਨ, ਕਾਫੀ ਸਾਰੇ ਸਟੂਡੈਂਟਸ ਹਨ, ਉਹ ਬਾਹਰ ਨਹੀਂ ਨਿਕਲ ਸਕਦੇ, ਉਹਨਾਂ ਲਈ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਤੁਸੀਂ ਇਸ ਸਕਰੀਨ 'ਤੇ ਇੱਕ ਸਟੇਟਮੈਂਟ ਸੁਣ ਸਕਦੇ ਹੋ ਮੀਨੂ ਕੌਰ ਮਾਨਸਾ ਤੋਂ, ਜਿਹਨੇ ਇਹ ਸਟੇਟਮੈਂਟ ਦਿੱਤੀ ਕਿ ਲਗਭਗ ਉਹਦੇ ਬਿਆਨ ਦੇ ਮੁਤਾਬਿਕ 700 ਸਟੂਡੈਂਟਸ ਜਿੱਥੇ ਉਹ ਹੈਗੀ ਹੋਸਟਲ ਦੇ ਵਿੱਚ ਉੱਥੇ ਫਸੇ ਹੋਏ ਹੈ। ਉੱਥੇ ਇਹ ਬੇਸਮੈਂਟ ਦੇ ਵਿੱਚ ਸ਼ੈਲਟਰ ਲੈ ਰਹੇ ਬਿਕੋਜ਼ ਇਹ ਰੇਡਸ ਹੋ ਰਹੀਆਂ। ਐਂਡ ਉਹਨੇ ਇਹ ਬਿਆਨ ਵਿੱਚ ਕਿਹਾ ਕਿ ਇੰਡੀਅਨ ਐਮਬੈਸੀ ਕੋਈ ਮਦਦ ਨਹੀਂ ਪ੍ਰੋਵਾਈਡ ਕਰ ਰਹੀ ਇਨ ਸਟੂਡੈਂਟਸ ਲਈ। ਸਿਰਫ ਤਾਂ ਸਿਰਫ ਜਦੋਂ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਇਹ ਮੈਸੇਜ ਸਟੂਡੈਂਟਸ ਨੂੰ ਵਾਪਸ ਦਿੱਤਾ ਕਿ ਤੁਸੀਂ ਬਾਰਡਰਾਂ 'ਤੇ ਪਹੁੰਚੋ ਟ੍ਰੇਨ ਜਾਂ ਬੱਸ ਲੈ ਕੇ। ਐਂਡ ਸਟੂਡੈਂਟਸ ਕਹਿ ਰਹੇ ਕਿ ਉਹ ਟ੍ਰੇਨਸ ਬੱਸਿਸ ਲੈਣ ਦੀ ਕੋਸ਼ਿਸ਼ ਕਰ ਰਹੇ ਹੈ ਬਟ ਉਹਨਾਂ ਨੂੰ ਟ੍ਰੇਨਸ 'ਤੇ ਚੜ੍ਹਨ ਨਹੀਂ ਦਿੱਤਾ ਜਾ ਰਿਹਾ। ਇਨਫੈਕਟ ਕੁਝ ਇਹੋ ਜਿਹੀ ਵੀ ਮੈਂ ਕਹਾਂਗੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲੀ ਜਿਹਦੇ ਵਿੱਚ ਤੁਸੀਂ ਇੱਕ ਰੇਸਿਸਟ ਬਿਹੇਵੀਅਰ ਵੇਖ ਸਕਦੇ ਹੋ ਕਿ ਨਾ ਕਿ ਸਿਰਫ ਇੰਡੀਅਨ ਸਟੂਡੈਂਟਸ ਜਾਂ ਇੰਡੀਅਨ ਜੋ ਨੈਸ਼ਨਲਸ ਮੌਜੂਦ ਹਨ ਬਟ ਅਫਰੀਕਨ ਅਮਰੀਕਨਸ, ਤੁਸੀਂ ਕਹਿ ਲਓ ਕੋਈ ਵੀ ਜੋ ਲੱਗਦਾ ਨਹੀਂ ਹੈਗਾ ਕਿ ਉਹ ਯੂਕਰੇਨੀਅਨ ਹੈ ਜਾਂ ਵਾਈਟ ਹੈਗਾ, ਕੌਕੇਜਨ ਹੈ, ਉਹਨਾਂ ਨੂੰ ਬਹੁਤ ਦਿੱਕਤ ਦਿੱਤੀ ਜਾ ਰਹੀ, ਅਬਿਊਜ਼ ਦਿੱਤਾ ਜਾ ਰਿਹਾ ਹੈ, ਅਬਿਊਜ਼ ਕੀਤਾ ਜਾ ਰਿਹਾ। ਇਨਫੈਕਟ ਯੂਕਰੇਨੀਅਨ ਬਾਰਡਰ 'ਤੇ ਕੁਝ ਗਾਰਡਸ ਨੇ ਧਮਕੀਆਂ ਵੀ ਦਿੱਤੀਆਂ ਅਤੇ ਆਪਦੀ ਬੰਦੂਕਾਂ ਵੀ ਪੁਆਇੰਟ ਕੀਤੀਆਂ ਉਨ ਇੰਡੀਅਨਸ 'ਤੇ। ਐਂਡ ਇਹ ਸਾਰੀ ਚੀਜ਼ਾਂ ਵੀਡੀਓ ਦੇ ਰਾਹੀਂ ਤੁਸੀਂ ਵੇਖ ਸਕਦੇ ਹੋ ਸੋਸ਼ਲ ਮੀਡੀਆ 'ਤੇ। ਇਹਨੂੰ ਲੈ ਕੇ ਆਈ ਮੀਨ ਇਟਸ ਹਾਰਟ ਬ੍ਰੇਕਿੰਗ ਕਿ ਇੱਕ ਮਿਲੀਟਰੀ ਕ੍ਰਾਈਸਿਸ ਦੇ ਵਿੱਚ ਇੱਕ ਇਹੋ ਜਿਹਾ ਵੰਡ ਪੈਣਾ, ਇੱਕ ਇਹੋ ਜਿਹੀ ਰੇਸਿਜ਼ਮ ਵੇਖਣੀ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਮੈਂ ਔਨ 에ਅਰ ਦਾ ਪਰ ਤੁਹਾਡੇ ਤੋਂ ਆਵਾਜ਼ ਨਹੀਂ ਆ ਰਹੀ, ਉਹ ਟੀਵੀ ਤੇ ਤਾਂ ਸੁਣਾਈਏ ਤੁਹਾਨੂੰ ਕੀ ਹੈ। ਤੁਸੀਂ ਕਿੱਥੇ ਵੇਖ ਰਹੇ ਹੋ ਸਾਨੂੰ? ਮੈਂ ਯੂਨੀਵਰਸਿਟੀ ਤੋਂ ਦੇਖ ਰਿਹਾ। ਨਹੀਂ, ਕਿਸ ਕੇਬਲ ਤੇ ਵੇਖ ਰਹੇ ਹੋ ਸਾਨੂੰ? ਆਪਣਾ 801। ਕਿਸ ਕੇਬਲ ਤੇ ਵੇਖ ਰਹੇ ਹੋ ਸਰ? ਟਾਈਮ ਵਾਰਨਰ, ਵਰਾਈਜ਼ਨ, ਡਾਇਰੈਕਟ ਟੀਵੀ, ਡਿਸ਼ ਨੈਟਵਰਕ, ਕਿਤੇ ਵੇਖ ਰਹੇ ਹੋ? ਜਸ ਨੈਟਵਰਕ ਤੇ। ਉਹ ਤਾਂ ਚੈਨਲ ਦਾ ਨਾਂ ਹੈਗਾ। ਸਿਰਫ ਤਾਂ ਸਿਰਫ ਆਵਾਜ਼ ਸਾਡੀ
ਤਦ ਹੀ ਨਹੀਂ ਆ ਰਹੀ ਅਗਰ ਤੁਸੀਂ ਕਿਸੇ ਡੱਬੇ ਤੇ ਵੇਖ ਰਹੇ ਹੋ ਜੋ ਕਾਫੀ ਸਾਰੇ ਇਲੀਗਲ ਡੱਬੇ ਹੈਗੇ ਉਹਨਾਂ ਤੇ ਸਾਡੀ ਆਡੀਓ ਦੇ ਇਸ਼ੂ ਸੁਣਨ ਨੂੰ ਮਿਲੇ। ਬਟ ਵਾਂਸ ਅਗੇਨ ਇਹ ਇਲੀਗਲ ਡੱਬੇ ਹੈਗੇ ਤੇ ਇਹਨਾਂ ਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ। ਇਨ ਐਨੀ ਕੇਸ ਇਨ ਸਟੂਡੈਂਟਸ ਦੀ ਦੁਰਘਟਨਾ ਨੂੰ ਲੈ ਕੇ ਹੁਣ ਇੱਕ ਪੋਲੀਟੀਕਲ ਮਸਲਾ ਬਣ ਰਿਹਾ ਇੰਡੀਆ ਦੇ ਵਿੱਚ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਵੱਲੋਂ ਇਹ ਕਿਹਾ ਕਿ ਸਰਕਾਰ ਨੂੰ ਇਨ ਸਟੂਡੈਂਟਸ ਲਈ ਹੋਰ ਕੁਝ ਕਰਨਾ ਚਾਹੀਦਾ ਸੀ। ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਦੇ ਕਾਫੀ ਚਰਚੇ ਹੋ ਰਹੇ ਹੈ ਕਿ ਉਹਨਾਂ ਨੇ 16,000 ਇੰਡੀਅਨ ਸਟੂਡੈਂਟਸ ਨੂੰ ਲਿਬੀਆ ਤੋਂ ਕਿੰਨੇ ਆਰਾਮ ਨਾਲ ਕੱਢ ਦਿੱਤਾ ਸੀ ਜਦੋਂ ਲਿਬੀਆ ਦੇ ਵਿੱਚ ਵਾਰ ਛਿੜੀ ਸੀ। ਤੇ ਇੱਥੇ ਤਾਂ ਕੁਝ ਕਪਲ ਆਫ ਥਾਊਜ਼ੈਂਡ ਸਟੂਡੈਂਟਸ ਹੈਗੇ ਤੇ ਉਹਨਾਂ ਨੂੰ ਕਿਉਂ ਨਹੀਂ ਸਹੂਲਤਾਂ ਦਿੱਤੀਆਂ ਜਾ ਰਹੀਆਂ, ਕਿਉਂ ਯੂਰਪ ਦੇ ਵਿੱਚ ਇੰਨੀ ਤਕਲੀਫ ਆ ਰਹੀ ਹੈ ਉਹਨਾਂ ਨੂੰ ਕੱਢਣ ਦੇ ਵਿੱਚ। ਸੋ ਇਹ ਚੀਜ਼ਾਂ ਨੂੰ ਲੈ ਕੇ ਵਾਂਸ ਅਗੇਨ ਇੱਕ ਪੋਲੀਟੀਕਲ ਹੁਣ ਗੇਮ ਬਣ ਚੁੱਕੀ ਹੈ। ਵਾਂਸ ਅਗੇਨ ਜੋ ਉਹ ਸਟੂਡੈਂਟਸ ਹਨ ਉਹਨਾਂ ਦੀ ਜੋ ਮਾੜੀ ਹਾਲਾਤ ਬਣ ਰਹੀ ਹੈ ਉਹ 'ਤੇ ਜ਼ਿਆਦਾ ਗੌਰ ਨਹੀਂ ਹੋ ਰਿਹਾ ਐਂਡ ਇਹਨੂੰ ਇੱਕ ਪੋਲੀਟੀਕਲ ਇਸ਼ੂ ਬਣਾਇਆ ਜਾ ਰਿਹਾ। ਬਟ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਹਾਂ, ਤੁਹਾਡੇ ਨਾਲ ਤਾਂ ਮੈਂ ਕੁਝ ਹੈਡਲਾਈਨਸ ਹੀ ਸ਼ੇਅਰ ਕੀਤੀਆਂ। ਉਨ ਸਟੂਡੈਂਟਸ ਬਾਰੇ ਇੰਨੀ ਮਾੜੀ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ। ਕੋਈ ਉਹਨਾਂ ਦੇ ਕੋਲ ਕਈ ਤਾਂ ਇਹੋ ਜਿਹੇ ਹੈਗੇ ਜੋ ਅੰਡਰਗਰਾਊਂਡ ਭਾਵੇਂ ਉਹ ਬੇਸਮੈਂਟਸ ਹੋਣ ਜਾਂ ਜਿੱਥੇ ਵੀ ਉਹ ਫਸੇ ਹੋਏ, ਜਿੱਥੇ ਵੀ ਉਹ ਸ਼ੈਲਟਰ ਲੈ ਰਹੇ, ਨਾ ਉਹਨਾਂ ਦੇ ਕੋਲ ਪਾਣੀ, ਨਾ ਹੀਟ, ਨਾ ਖਾਣ ਪੀਣ ਦਾ ਕੋਈ ਇੰਤਜ਼ਾਮ। ਕਾਫੀਆਂ ਨੂੰ ਠੰਡ ਕਰਕੇ ਬਹੁਤ ਦਿੱਕਤ ਆ ਰਹੀ ਹੈ ਐਂਡ ਇਨ ਸਟੂਡੈਂਟਸ ਲਈ ਵਾਂਸ ਅਗੇਨ ਕੋਈ ਕਲੀਅਰ ਇਵੈਕੂਏਸ਼ਨ ਪਲਾਨ ਇਸ ਵੇਲੇ ਨਹੀਂ ਦਿੱਤਾ ਗਿਆ। ਅਸੀਂ ਉਡੀਕ ਰਹੇ ਹਾਂ ਕਿ ਕਿਸ ਤਰ੍ਹਾਂ ਇਨ ਸਟੂਡੈਂਟਸ ਨੂੰ ਬਾਹਰ ਕੱਢਿਆ ਜਾਂਦਾ ਹੈ ਐਂਡ ਭਾਵੇਂ ਆਫ ਕੋਰਸ ਅਸੀਂ ਫੋਕਸ ਕरें ਔਨ ਇੰਡੀਅਨ ਸਟੂਡੈਂਟਸ ਤੇ ਕਿਉਂਕਿ ਉਹਨਾਂ ਦੇ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਹੈਗੀ। ਇਹ ਸਿਰਫ ਇੰਡੀਅਨ ਸਟੂਡੈਂਟਸ ਦੇ ਨਾਲ ਨਹੀਂ, ਅਫਰੀਕਨ ਅਮਰੀਕਨਸ, ਕਾਫੀ ਸਾਰੇ ਇਹੋ ਜਿਹੇ ਐਥਨਿਕ ਮਾਈਨੋਰਿਟੀਜ਼ ਜੋ ਕਿ ਯੂਕਰੇਨ ਦੇ ਵਿੱਚ ਵੱਖ-ਵੱਖ ਕਾਰਨਾਂ ਕਰਕੇ, ਭਾਵੇਂ ਉਹ ਕੰਮ ਹੋਏ, ਭਾਵੇਂ ਉਹ ਪੜ੍ਹਾਈ ਹੋਏ, ਇਨ ਕਾਰਨਾਂ ਕਰਕੇ ਪਹੁੰਚੇ ਹੋਏ ਹੈ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤਕਲੀਫ ਆ ਰਹੀ ਹੈ ਬਾਰਡਰ ਤੱਕ ਪਹੁੰਚਣ ਲਈ। ਮੁਲਕ ਦੇ ਵੱਖ-ਵੱਖ ਸ਼ਹਿਰਾਂ ਤੋਂ ਜਦੋਂ ਉਹ ਬਾਰਡਰ ਪਹੁੰਚਣ ਦੀ ਕੋਸ਼ਿਸ਼ ਕਰਦੇ ਹੈ ਉੱਥੇ ਤੱਕ ਵੀ ਉਹਨਾਂ ਤੋਂ ਪਹੁੰਚ ਨਹੀਂ ਹੋ ਰਿਹਾ ਤੇ ਮੁਲਕ ਤੋਂ ਬਾਹਰ ਉਹਨਾਂ ਨੇ ਕੀ ਨਿਕਲਣਾ ਹੈ। ਐਂਡ ਯੂ ਨੋ ਵਾਂਸ ਅਗੇਨ ਜਿਸ ਤਰ੍ਹਾਂ ਪਹਿਲੇ ਵੀ ਕਾਲਰ ਨੇ ਕਿਹਾ ਕਿ ਅਗਰ ਇਹ ਸਿਰਫ ਤਾਂ ਸਿਰਫ ਇੱਕ ਮਿਲੀਟਰੀ ਇਨਵੇਜਨ ਸੀਗਾ ਤੇ ਇਹ ਮਿਲੀਟਰੀ ਤੱਕ ਹੀ ਸਹਿਮਤ ਰਹਿਣਾ ਚਾਹੀਦਾ ਸੀ। ਬਟ ਅੱਜ ਦੀ ਡੇਟ ਦੇ ਵਿੱਚ ਸਿਵਿਲੀਅਨਸ, ਯੂਕਰੇਨੀਅਨ ਸਿਵਿਲੀਅਨਸ ਦੇ ਅਟੈਕਸ ਵੇਖਣ ਨੂੰ ਮਿਲ ਰਹੇ ਹਨ। ਫਿਰ ਤੁਸੀਂ ਆਰਗਿਊ ਕਰ ਸਕਦੇ ਹੋ ਅਗਰ ਇਹ ਸਿਰਫ ਰਸ਼ੀਆ ਐਂਡ ਯੂਕਰੇਨ ਦੀ ਗੱਲ ਸੀਗੀ ਤੇ ਬਾਕੀਆਂ ਨੂੰ ਤਾਂ ਤੁਸੀਂ ਛੱਡ ਦੇਵੋ ਜੋ ਨਾ ਰਸ਼ੀਅਨ ਹਨ ਨਾ ਯੂਕਰੇਨੀਅਨ ਹਨ, ਉਹ ਤਾਂ ਉੱਥੇ ਟੈਂਪਰੇਰੀਲੀ ਪਹੁੰਚੇ ਹੋਏ, ਉਹਨਾਂ ਨੂੰ ਤਾਂ ਨਿਕਲਣ ਦਿਓ ਤੁਸੀਂ। ਇਹ ਸਾਰੀ ਚੀਜ਼ਾਂ ਕਰਕੇ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਬਾਰੇ ਗੱਲ ਹੋ ਰਹੀ ਹੈ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਵੀ ਕਾਫੀ ਰੈਫਰਲਸ ਦਿੱਤੇ ਗਏ ਹੈ ਇਸ ਇਨਵੇਜਨ ਨੂੰ ਲੈ ਕੇ। ਸੋ ਦੇਖਦੇ ਹਾਂ ਕਿਸ ਤਰ੍ਹਾਂ ਜੋ ਗਲੋਬਲ ਜਸਟਿਸ ਨੂੰ ਵੇਖਣ ਵਾਲੀ ਬਾਡੀਜ਼ ਹਨ ਰਿਐਕਟ ਕਰਦੀਆਂ, ਬਿਕੋਜ਼ ਨੋ ਡਾਊਟ ਜੋ ਟ੍ਰੈਡੀਸ਼ਨਲ ਵਾਰਫੇਅਰ ਹੈਗਾ ਉਹਦੇ ਖਿਲਾਫ ਕਾਫੀ ਚੀਜ਼ਾਂ ਆਲਰੇਡੀ ਵੇਖਣ ਨੂੰ ਮਿਲ ਰਹੀਆਂ। ਇਸ ਮੁੱਦੇ ਉੱਤੇ ਵੱਖ-ਵੱਖ ਹੋਰ ਡਿਵੈਲਪਮੈਂਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇੱਕ ਵਾਰੀ ਫਿਰ ਲਾਈਵ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ ਤੇ ਜ਼ਰੂਰ ਤੁਸੀਂ ਕਾਲ ਕਰਕੇ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ, ਤੁਹਾਡੇ ਨਾਲ ਜੁੜੇ ਹਾਂ ਤੇ ਇਸ ਔਨਗੋਇੰਗ ਗਲੋਬਲ ਕ੍ਰਾਈਸਿਸ ਦੀ ਗੱਲ ਹੋ ਰਹੀ ਹੈ। ਇੱਕ ਪਾਸੇ ਤਾਂ ਲੱਗਦਾ ਹੈ ਕਿ ਮਸੀ ਕੋਵਿਡ ਤੋਂ ਬਾਅਦ ਪੂਰੀ ਦੁਨੀਆ ਮੂਵ ਔਨ ਜੀ ਹੋ ਰਹੀ ਸੀ। ਕੋਵਿਡ ਦੇ ਨੰਬਰਸ ਡਿੱਗ ਰਹੇ ਹੈ, ਵੈਕਸੀਨੇਸ਼ਨਸ ਵੰਡੀਆਂ ਜਾ ਰਹੀਆਂ, ਲੋਕਾਂ ਨੇ ਬੂਸਟਰ ਵੀ ਲਵਾ ਲਏ ਹੈ ਅਤੇ ਗਰਮੀਆਂ ਦਾ ਮੌਸਮ ਆਉਣ ਜਾ ਰਿਹਾ ਸੀ, ਚੀਜ਼ਾਂ ਥੋੜ੍ਹੀ ਜਿਹੀ ਮਤਲਬ ਓਪਨ ਅਪ ਹੋ ਰਹੀਆਂ ਸੀ। ਐਂਡ ਹੁਣ ਇਸ ਨਵੀਂ ਕ੍ਰਾਈਸਿਸ ਨੇ ਇੱਕ ਵਾਰੀ ਫਿਰ ਪੂਰੀ ਦੁਨੀਆ ਨੂੰ ਇੱਕ ਕਿਸਮ ਦਾ ਰੋਕ ਦਿੱਤਾ ਹੈ ਕਿ ਅੱਗੇ ਕੀ ਹੋਏਗਾ, ਸਾਨੂੰ ਕੀ ਇਹਦਾ ਇੰਪੈਕਟ ਹੋਏਗਾ। ਭਾਵੇਂ ਤੁਸੀਂ ਇੱਕ ਟੋਟਲੀ ਸੈਪਰੇਟ ਮੁਲਕ 'ਚ ਰਹਿੰਦੇ ਹੋ, ਯੂਰਪ ਤੋਂ ਬਾਹਰ, ਅਮਰੀਕਾ, ਕੈਨੇਡਾ, ਇੰਡੀਆ, ਕਿਸੇ ਵੀ ਹੋਰ ਮੁਲਕ ਦੇ ਵਿੱਚ,
ਤੁਹਾਨੂੰ ਵੀ ਇਸ ਚੀਜ਼ ਦਾ ਅਸਰ ਜ਼ਰੂਰ ਮਹਿਸੂਸ ਹੋਏਗਾ। ਯੂ نو ਘੱਟ ਤੋਂ ਘੱਟ ਜਦੋਂ ਤੁਸੀਂ ਤੇਲ ਆਪਣੀ ਗੱਡੀ 'ਚ ਪਾਉਣ ਜਾਂਦੇ ਹੋ, ਜਦੋਂ ਤੁਸੀਂ ਗਰੋਸਰੀ ਸਟੋਰ ਜਾਂਦੇ ਹੋ, ਉਹਦੇ ਬਾਰੇ ਅਸੀਂ ਕਾਫੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਖਾਸ ਕਰਕੇ ਜੋ ਐਕਨੋਮਿਕ ਅਸੀਂ ਕਹਿ ਸਕਦੇ ਹਾਂ ਸੈਂਕਸ਼ਨਸ ਰਸ਼ੀਆ ਦੇ ਖਿਲਾਫ ਇੰਪੋਜ਼ ਕੀਤੇ ਗਏ ਹੈ, ਉਹਨਾਂ ਦੀ ਬਾਕੀ ਦੁਨੀਆ 'ਤੇ ਕੀ ਅਸਰ ਪਊਗਾ। ਐਂਡ ਇਹ ਸੈਂਕਸ਼ਨਸ ਤਾਂ ਹਾਲੇ ਸ਼ੁਰੂ ਹੀ ਹੋਇਆ ਹੈ। ਅੱਜ ਮੰਡੇ ਦਾ ਦਿਨ ਹੈ, ਵੀਕਐਂਡ ਦੇ ਦੌਰਾਨ ਇਨ ਸੈਂਕਸ਼ਨਸ ਨੂੰ ਪੂਰੇ ਤਰੀਕੇ ਦੇ ਨਾਲ ਯੂਨਾਈਟਿਡ ਸਟੇਟਸ, ਯੂਰੋਪੀਅਨ ਦੇ ਵੱਖ-ਵੱਖ ਮੁਲਕਾਂ ਨੇ, ਸਵਿਟਜ਼ਰਲੈਂਡ ਤੱਕ ਨੇ ਇਹਨਾਂ ਦੇ ਵਿੱਚ ਹਿੱਸਾ ਲਿੱਤਾ। ਤੇ ਅੱਜ ਪਹਿਲਾ ਦਿਨ ਸੀਗਾ ਕਿ ਜੋ ਰਸ਼ੀਅਨ ਮਾਰਕੀਟਸ ਸੀਗੀਆਂ ਉਹਨਾਂ 'ਤੇ ਇਹਦਾ ਅਸਰ ਵੇਖਣ ਨੂੰ ਮਿਲਿਆ, ਭਾਵੇਂ ਉਹ ਸਟਾਕ ਮਾਰਕੀਟ ਜੋ ਰਸ਼ੀਆ ਦੇ ਵਿੱਚ ਅੱਜ ਬੰਦ ਸੀਗੀ ਇਨ ਸੈਂਕਸ਼ਨਸ ਕਰਕੇ, ਜਾਂ ਰਸ਼ੀਅਨ ਬੈਂਕਸ ਜਿਨ੍ਹਾਂ ਦੇ ਵਿੱਚੋਂ ਬਾਕੀ ਮੁਲਕਾਂ ਦੇ ਨੋਟਾਂ ਨੂੰ ਕੱਢਿਆ ਜਾ ਰਿਹਾ, ਬਿਕੋਜ਼ ਜੋ ਰਸ਼ੀਅਨ ਕਰੰਸੀ ਹੈ, ਜੋ ਰੂਬਲ ਹੈਗਾ, ਉਹਦੀ ਵੈਲਿਊ ਇੰਨੀ ਡਿੱਗ ਚੁੱਕੀ ਹੈ ਕਿ ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਆਮ ਲੋਕੀ ਵੀ, ਅਮੀਰ ਲੋਕੀ ਵੀ ਗਰੀਬ ਹੋ ਰਹੇ ਹੈ। ਰਸ਼ੀਆ ਦੇ ਵਿੱਚ ਬੈਠੇ ਬੈਠੇ ਕੁਛ ਵੀ ਨਾ ਕਰਦੇ ਹੋਏ ਉਹ ਗਰੀਬ ਹੋ ਰਹੇ ਹੈ ਇਨ ਸੈਂਕਸ਼ਨਸ ਕਰਕੇ, ਬਿਕੋਜ਼ ਉਹਨਾਂ ਦੀ ਕਰੰਸੀ ਦੀ ਵੈਲਿਊ ਡਿੱਗ ਰਹੀ ਹੈ। ਇੱਕ ਬਹੁਤ ਫੇਮਸ ਲਾਈਨ ਸੀਗੀ ਲੈਨਿਨ ਦੀ, ਜੋ ਕਿ ਆਫ ਕੋਰਸ USSR ਦੇ ਵਿੱਚ ਲੀਡਰ ਸੀ। ਉਹਨਾਂ ਨੇ ਕਿਹਾ ਸੀ ਕਿ ਅਗਰ ਤੁਸੀਂ ਸੱਚੀ ਇੱਕ ਮੁਲਕ ਨੂੰ ਡਿਗਾਉਣਾ ਹੈ, ਉਹਨਾਂ ਦੀ ਕਰੰਸੀ ਖਤਮ ਕਰ ਦਿਓ। ਉਹਨਾਂ ਦੀ ਕਰੰਸੀ ਅਗਰ ਤੁਸੀਂ ਖਤਮ ਕਰਤੀ ਨਾ, ਉਹ ਮੁਲਕ ਆਪ ਹੀ ਡਿੱਗ ਜਾਊਗਾ। ਕਿ ਲੋਕਾਂ ਦਾ ਜੋ ਬਿਲੀਫ ਹੈਗਾ, ਜੋ ਲੋਕਾਂ ਦੀ ਲੋਇਲਟੀ ਹੈਗੀ, ਜੋ ਲੋਕਾਂ ਦੀ ਨੈਸੈਸਿਟੀ ਹੈ ਕਿ ਅਸੀਂ ਇਸ ਮੁਲਕ ਦਾ ਹਿੱਸਾ ਬਣਨਾ ਹੈ, ਉਹ ਡਾਇਰੈਕਟਲੀ ਜੁੜੀ ਹੋਈ ਹੈ ਉਹਨਾਂ ਦੀ ਕਰੰਸੀ ਦੇ ਨਾਲ। ਜਦੋਂ ਉਹ ਕਰੰਸੀ ਪਾਵਰਫੁਲ ਹੁੰਦੀ ਹੈ, ਉਹ ਕੰਟਰੀ ਪਾਵਰਫੁਲ ਹੁੰਦਾ। ਜਦੋਂ ਉਹ ਕਰੰਸੀ ਡਿੱਗਦੀ ਹੈ, ਕੰਟਰੀ ਵੀ ਡਿੱਗ ਜਾਂਦਾ। ਅਗਰ ਤੁਸੀਂ ਕਿਸੇ ਦੀ ਕਰੰਸੀ ਨੂੰ ਹੀ ਖਤਮ ਕਰ ਦਿਓ, ਤੁਸੀਂ ਉਸ ਮੁਲਕ ਨੂੰ ਖਤਮ ਕਰ ਸਕਦੇ ਹੋ। ਐਂਡ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇਨ ਸੈਂਕਸ਼ਨਸ ਨੂੰ ਇਸ ਵੇਲੇ ਲੈਵੀ ਕੀਤਾ ਜਾ ਰਿਹਾ ਹੈ, ਨਾ ਕਿ ਸਿਰਫ ਇੱਕ ਮੁਲਕ ਤੋਂ, ਬਟ ਦੁਨੀਆ ਦੇ ਵੱਡੇ ਵੱਡੇ ਮੁਲਕਾਂ ਤੋਂ, ਯੂਰਪ ਵੱਲੋਂ ਇਕਜੁੱਟ ਹੋ ਕੇ ਸਾਰੇ ਇਨ ਸੈਂਕਸ਼ਨਸ ਨੂੰ ਰਸ਼ੀਆ ਖਿਲਾਫ ਇੰਪੋਜ਼ ਕਰ ਰਹੇ ਹੈ ਕਿ ਰਸ਼ੀਅਨ ਕਰੰਸੀ ਨੂੰ ਖਤਮ ਕਰਨ ਦੀ ਇਹ ਜੋ ਕੋਸ਼ਿਸ਼ ਹੈਗੀ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਐਂਡ ਇਹ ਸਿਰਫ ਕਰੰਸੀ ਦੇ ਨਾਲ ਨਹੀਂ ਜੁੜੀ ਹੋਈ ਇਹ ਕੋਸ਼ਿਸ਼, ਇੱਕ ਅਸੀਂ ਕਹਿ ਸਕਦੇ ਹਾਂ ਵੱਡੀ ਆਈਸੋਲੇਸ਼ਨਿਜ਼ਮ ਦੀ ਕੋਸ਼ਿਸ਼ ਜਾਰੀ ਹੈ। ਭਾਵੇਂ ਉਹ ਰਸ਼ੀਅਨ ਏਅਰਪਲੇਨਸ ਹੋਣ ਜਿਨ੍ਹਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਲੈਂਡ ਕਰਨ ਤੋਂ ਰੋਕਿਆ ਗਿਆ, ਭਾਵੇਂ ਉਹ ਰਸ਼ੀਅਨ ਸਪੋਰਟਸ ਹੋਣ ਰਸ਼ੀਆ ਦੇ ਵਿੱਚ। ਇਸ ਸਾਲ ਵਰਲਡ ਕੱਪ ਹੋਣ ਜਾ ਰਿਹਾ ਸੀ, ਉਹਨੂੰ ਮੂਵ ਕੀਤਾ ਗਿਆ। ਭਾਵੇਂ ਉਹ ਰਸ਼ੀਅਨ ਤੁਸੀਂ ਕਹਿ ਲਓ ਆਮ ਕਮੋਡਿਟੀਜ਼ ਹੋਣ। ਇਨਫੈਕਟ ਯੂਨਾਈਟਿਡ ਸਟੇਟਸ ਦੇ ਵਿੱਚ ਇਸ ਵੀਕਐਂਡ 'ਤੇ ਕੁਝ ਇਹੋ ਜਿਹੀ ਪ੍ਰੋਟੈਸਟ ਵੀ ਸੀਗੀਆਂ, ਖਾਸ ਕਰਕੇ ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਰਸ਼ੀਅਨ ਵੋਡਕਾ, ਜੋ ਸ਼ਰਾਬ ਰਸ਼ੀਆ ਦੀ ਬਹੁਤ ਮਸ਼ਹੂਰ ਹੈਗੀ, ਵੋਡਕਾ ਨੂੰ ਸੜਕਾਂ 'ਤੇ ਡੋਲਿਆ ਜਾ ਰਿਹਾ ਸੀ ਇੱਕ ਪ੍ਰੋਟੈਸਟ ਦੇ ਫਾਰਮ 'ਤੇ। ਤੇ ਸਟੋਰਾਂ ਨੇ ਰਸ਼ੀਅਨ ਵੋਡਕਾ ਨੂੰ ਬੈਨ ਕਰਨਾ ਸ਼ੁਰੂ ਕਰਤਾ ਹੈ। ਐਂਡ ਅਗਰ ਅਸੀਂ ਵੱਡੇ ਲੈਵਲ ਦੀ ਗੱਲ ਕਰੀਏ ਤੇ ਇੰਗਲੈਂਡ ਦੀ ਬ੍ਰਿਟਿਸ਼ ਪੈਟਰੋਲੀਅਮ ਅਤੇ ਅਮਰੀਕਾ ਦੀ ਸ਼ੈਲ ਆਇਲ ਨੇ ਵੀ ਰਸ਼ੀਆ ਦੇ ਨਾਲ ਪਾਬੰਦੀਆਂ ਲਾਤੀਆਂ, ਰੋਕ ਲਾਤੀ ਹੈ, ਜਿੱਥੇ ਉਹਨਾਂ ਦਾ ਬਿਜ਼ਨਸ, ਤੇਲ ਦਾ ਬਿਜ਼ਨਸ ਕੰਸਰਨ ਸੀਗਾ। ਸੋ ਇੱਕ ਕਿਸਮ ਦੀ ਪੂਰੀ ਦੁਨੀਆ ਵੱਲੋਂ ਰਸ਼ੀਆ ਨੂੰ ਇਸ ਇਨਵੇਜਨ ਦੀ ਕੌਨਸੀਕੁਐਂਸਿਸ ਮਹਿਸੂਸ ਹੋ ਰਹੀਆਂ। ਬਟ ਕੀ ਇਹ ਕੌਨਸੀਕੁਐਂਸਿਸ ਕਿਸੇ ਵੀ ਤਰ੍ਹਾਂ ਦਾ ਉਹਨਾਂ 'ਤੇ ਅਸਰ ਕਰ ਸਕਦੀ, ਇਸ ਇਨਵੇਜਨ 'ਤੇ ਅਸਰ ਕਰ ਸਕਦੀ, ਕੋਈ ਰੁਕਾਵਟ ਲੈ ਕੇ ਆ ਸਕਦੀ, ਕੋਈ ਰੈਜ਼ੋਲੂਸ਼ਨ ਲੈ ਕੇ ਆ ਸਕਦੀਆਂ, ਇਹ ਚੀਜ਼ ਤਾਂ ਹਾਲੇ ਕਿਸੇ ਨੂੰ ਵੀ ਨਹੀਂ ਪਤਾ। ਬਟ ਅਗਰ ਅਸੀਂ ਗਲੋਬਲ ਰੈਜ਼ੋਲੂਸ਼ਨਸ ਦੀ ਗੱਲ ਕਰੀਏ ਤਾਂ ਇੱਕ ਇਹੋ ਜਿਹੀ ਸੰਸਥਾ ਯੂਨਾਈਟਿਡ ਨੇਸ਼ਨਸ ਆਮ ਤੌਰ 'ਤੇ ਇਨ ਚੀਜ਼ਾਂ ਬਾਰੇ ਇਕੱਠੀ ਹੋ ਕੇ ਡਿਬੇਟ ਕਰਦੀ ਹੈ, ਰੈਜ਼ੋਲੂਸ਼ਨਸ ਪਾਸ ਕਰਦੀ ਹੈ, ਵੋਟਾਂ ਪਾਸ ਕਰਦੀ ਹੈ। ਤੇ UN ਸਿਕਿਉਰਿਟੀ ਕਾਊਂਸਲ ਦੀ ਇਸ ਵੀਕਐਂਡ ਇੱਕ ਮੀਟਿੰਗ ਦੇ ਵਿੱਚ, ਜੋ ਕਿ ਨਿਊਯਾਰਕ ਦੇ ਵਿੱਚ ਹੋਈ, ਇੱਕ ਬਹੁਤ ਹੀ ਇੰਪੋਰਟੈਂਟ ਵੋਟ ਰੱਖੀ ਗਈ। ਐਂਡ ਉਸ ਵੋਟ ਦੇ ਵਿੱਚ ਇੱਕ ਬਹੁਤ ਹੀ ਸਿਗਨੀਫਿਕੈਂਟ ਅਸੀਂ ਕਹਿ ਸਕਦੇ ਹਾਂ ਡਿਸੀਜਨ ਵੇਖਣ ਨੂੰ ਮਿਲਿਆ ਇੰਡੀਆ ਵੱਲੋਂ। ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ ਇੱਕ ਪ੍ਰੋਸੀਜਰਲ ਵੋਟ UN ਸਿਕਿਉਰਿਟੀ ਕਾਊਂਸਲ ਦੇ ਵਿੱਚ ਉਠਾਈ ਗਈ ਸੀ ਟੂ ਕਾਲ ਫॉर ਅ ਰੇਅਰ ਸਪੈਸ਼ਲ ਐਮਰਜੈਂਸੀ ਸੈਸ਼ਨ, ਕਿ ਇੱਕ ਸਪੈਸ਼ਲ ਐਮਰਜੈਂਸੀ ਸੈਸ਼ਨ ਹੋਏ UN ਜਨਰਲ ਅਸੈਂਬਲੀ ਦਾ ਇਸ ਰਸ਼ੀਅਨ ਅਗਰੈਸ਼ਨ ਨੂੰ ਲੈ ਕੇ। ਐਂਡ ਵਾਂਸ ਅਗੇਨ ਇਹ ਇੱਕ ਪ੍ਰੋਸੀਜਰਲ ਵੋਟ ਹੈ ਤਾਂ ਕਿ ਸੈਸ਼ਨ ਰੱਖਿਆ ਜਾਏ। ਹਾਲੇ ਇਹ ਸੈਸ਼ਨ ਐਮਰਜੈਂਸੀ ਸੈਸ਼ਨ ਰੱਖਿਆ ਨਹੀਂ ਗਿਆ, ਇਹਨੂੰ ਅੱਗੇ ਵਧਾਉਣ ਲਈ ਇਹ ਵੋਟ
ਰੱਖੀ ਗਈ ਸੀ ਐਂਡ ਇਸ ਵੋਟ ਦੇ ਵਿੱਚ ਰਸ਼ੀਆ ਨੇ ਤਾਂ ਸਾਫ਼ ਕਹਿਤਾ ਕਿ ਅਸੀਂ ਇਹਦੇ ਖਿਲਾਫ ਹਨ, ਬਟ 3 ਮੁਲਕਾਂ ਨੇ ਇਸ ਵੋਟ ਦੇ ਵਿੱਚ ਹਿੱਸਾ ਨਹੀਂ ਲਿਆ, ਅਬਸਟੇਨ ਕੀਤਾ। ਉਹਨਾਂ ਦੇ ਵਿੱਚੋਂ ਇੱਕ ਇੰਡੀਆ ਸੀਗਾ, ਇੱਕ ਚਾਈਨਾ ਸੀਗਾ ਤੇ ਇੱਕ ਯੂਨਾਈਟਿਡ ਅਰਬ ਐਮਿਰੇਟਸ। ਇਨ 3 ਮੁਲਕਾਂ ਨੇ ਇਸ ਬਹੁਤ ਹੀ ਖਾਸ ਪ੍ਰੋਸੀਜਰਲ ਵੋਟ ਦੇ ਵਿੱਚ ਹਿੱਸਾ ਨਹੀਂ ਲਿਆ। ਐਂਡ ਜਦੋਂ ਇੰਡੀਆ ਵੱਲੋਂ ਇਹ ਪੁੱਛਿਆ ਗਿਆ ਕਿ ਕਿਉਂ ਤੁਸੀਂ ਇਸ ਚੀਜ਼ ਦੇ ਵਿੱਚ ਐਬਸਟੇਨ ਕੀਤਾ, ਇਸ ਐਮਰਜੈਂਸੀ ਸੈਸ਼ਨ ਨੂੰ ਅੱਗੇ ਨਹੀਂ ਵਧਣ ਦਿੱਤਾ, ਤੇ ਇੰਡੀਆ ਵੱਲੋਂ ਇਹ ਸੁਣਨ ਨੂੰ ਮਿਲਿਆ ਕਿ ਅਸੀਂ ਡਿਪਲੋਮੇਸੀ ਦੇ ਨਾਲ ਆਸ ਰੱਖ ਕੇ ਬੈਠੇ ਹਾਂ ਕਿ ਹਲੇ ਸਾਡੀ ਉਮੀਦ ਹੈ ਕਿ ਰਸ਼ੀਆ ਐਂਡ ਯੂਕਰੇਨ ਦੇ ਵਿੱਚ ਡਿਪਲੋਮੈਟਿਕ ਟਾਕਸ ਦੇ ਨਾਲ ਹੱਲ ਹੋ ਸਕਦਾ ਹੈ, ਇਸ ਕਰਕੇ ਅਸੀਂ ਐਬਸਟੇਨ ਕਰ ਰਹੇ ਹਾਂ। ਇੰਡੀਆ ਦੇ ਨਾਲ ਜੋ ਕੰਪਨੀ ਦੇਣ ਵਾਲੇ, ਆਫ ਕੋਰਸ ਪਾਕਿਸਤਾਨ ਵੀ ਇਸ ਹੀ ਤਰ੍ਹਾਂ ਸੋਚਦਾ ਹੈ। ਦੈਟ ਇਜ਼ ਵਾਈ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਮਾਸਕੋ ਦੇ ਵਿੱਚ ਪਹੁੰਚੇ ਸੀ, ਜਿਸ ਤਰ੍ਹਾਂ ਤੁਹਾਨੂੰ ਪਿਛਲੇ ਹਫ਼ਤੇ ਵੀ ਦੱਸਿਆ ਸੀ, ਆਇਲ ਪਾਈਪਲਾਈਨ ਬਾਰੇ ਡਿਸਕਸ਼ਨਸ ਕਰਨ ਲਈ। ਬਟ ਚਾਈਨਾ ਤਾਂ ਸਾਨੂੰ ਪਤਾ ਹੀ ਹੈ ਕਿਉਂ ਕਰਦਾ ਹੈ, ਬਟ ਇੰਡੀਆ ਦਾ ਬਹੁਤ ਵੱਡਾ ਇੱਥੇ ਸਵਾਲ ਉੱਠਦਾ ਕਿ ਇੰਡੀਆ ਨੇ ਕਿਉਂ ਅਬਸਟੇਨ ਕੀਤਾ। ਐਂਡ ਇੱਕ ਇਹ ਵੀ ਥਿਊਰੀ ਰਿਪੋਰਟ ਕੀਤੀ ਜਾ ਰਹੀ ਹੈ ਕਿ ਸ਼ਾਇਦ ਇੰਡੀਆ ਨੇ ਇਸ ਕਰਕੇ ਅਬਸਟੇਨ ਕੀਤਾ ਬਿਕੋਜ਼ ਜੋ ਇਹ ਰਸ਼ੀਆ ਇੱਕ ਪੁਰਾਣੇ ਤੌਰ 'ਤੇ ਇੰਡੀਆ ਦਾ ਇੱਕ ਕੋਲਡ ਵਾਰ ਐਲਾਈ ਸੀਗਾ, ਤੇ ਅਜੇ ਵੀ ਜਿੱਥੇ ਇਸ ਨਵੀਂ ਤੁਸੀਂ ਕਹਿ ਲਓ ਕ੍ਰਾਈਸਿਸ ਨੂੰ, ਇਸ ਨਵੇਂ ਮਿਲੀਟਰੀ ਐਗਰੈਸ਼ਨ ਨੂੰ ਕੋਲਡ ਵਾਰ 2.0 ਕਿਹਾ ਜਾ ਰਿਹਾ ਹੈ, ਉੱਥੇ ਇੰਡੀਆ ਇੱਕ ਵਾਰੀ ਫਿਰ ਉਸ ਅਲਾਇੰਸ ਨੂੰ ਕਾਇਮ ਰੱਖ ਰਿਹਾ ਹੈ ਆਪ ਦੇ ਬੈਨੀਫਿਟ ਲਈ, ਭਾਵੇਂ ਉਹ ਐਨਰਜੀ ਹੋਏ, ਤੇਲ ਗੈਸ, ਇਹੋ ਜਿਹੀ ਚੀਜ਼ਾਂ, ਵੈਪਨਸ ਹੋਣ। ਇੰਡੀਆ ਤੇ ਰਸ਼ੀਆ ਦੇ ਕਾਫੀ ਮਿਲੀਟਰੀ ਅਲਾਇੰਸਿਸ ਹੈਗੇ, ਡੀਲਸ ਹਨ, ਜਾਂ ਰੀਜਨਲ ਸਪੋਰਟ ਹੋਏ। ਆਫ ਕੋਰਸ ਇੰਡੀਆ ਇੱਕ ਰੀਜਨਲ ਪਾਵਰ ਬਣਨ ਦੀ ਕੋਸ਼ਿਸ਼ ਦੇ ਵਿੱਚ ਇਸ ਤਰ੍ਹਾਂ ਦੀ ਅਲਾਇੰਸਿਸ ਨੂੰ ਅਕਸਰ ਲੱਭਦਾ ਹੈ ਤੇ ਉਹਨਾਂ ਨੂੰ ਕਾਇਮ ਰੱਖਦਾ ਹੈ, ਤੇ ਇਹ ਵੀ ਇੱਕ ਇਹੋ ਜਿਹੀ ਅਲਾਇੰਸ ਹੈਗੀ ਜਿਹਦੇ ਵਿੱਚ ਇੰਡੀਆ ਤੁਸੀਂ ਕਹਿ ਸਕਦੇ ਹੋ ਪੂਰੀ ਦੁਨੀਆ ਦੇ ਦੂਜੇ ਪਾਸੇ ਖੜਿਆ ਹੈ। ਪੂਰੀ ਦੁਨੀਆ ਰਸ਼ੀਆ ਦੇ ਖਿਲਾਫ ਓਪਨਲੀ ਆਪ ਦੀ ਆਵਾਜ਼ ਚੱਕ ਰਹੀ ਹੈ। ਆਈ ਮੀਨ ਸਵਿਟਜ਼ਰਲੈਂਡ ਤੱਕ ਨੇ ਇਸ ਕ੍ਰਾਈਸਿਸ ਦੇ ਵਿੱਚ ਇੱਕ ਸਾਈਡ ਲਿੱਤੀ ਹੈ, ਆਪਦੀ ਨਿਊਟਰੈਲਿਟੀ ਤੋੜੀ ਹੈ। ਆਈ ਮੀਨ ਸਵਿਟਜ਼ਰਲੈਂਡ ਬਾਰੇ ਤਾਂ ਤੁਹਾਨੂੰ ਦੱਸਿਆ ਹੀ ਸੀ, ਬਟ ਅਗਰ ਅਸੀਂ ਸਿਗਨੀਫਿਕੈਂਸ ਦੀ ਗੱਲ ਕਰੀਏ, ਜਰਮਨੀ ਜੋ ਕਿ ਵਰਲਡ ਵਾਰ 2 ਤੋਂ ਬਾਅਦ ਐਂਟੀ ਮਿਲੀਟਰਾਈਜੇਸ਼ਨ ਦਾ ਇੱਕ ਮੈਂਡੇਟ ਫੋਲੋ ਕਰ ਰਿਹਾ, ਜਰਮਨੀ ਨੇ ਵੀ ਆਪਦੀ ਐਂਟੀ ਮਿਲੀਟਰਾਈਜੇਸ਼ਨ ਮੈਂਡੇਟ ਨੂੰ ਛੱਡ ਕੇ ਇਹ ਕਿਹਾ ਹੈ ਕਿ ਉਹ ਆਪਦਾ ਡਿਫੈਂਸ ਬਜਟ ਵਧਾਉਣਗੇ, ਉਹ ਮਿਲੀਟਰੀ ਹੈਲਪ ਪ੍ਰੋਵਾਈਡ ਕਰਨਗੇ ਇਸ ਵਾਰ ਦੇ ਵਿੱਚ ਯੂਕਰੇਨ ਨੂੰ, ਇਸ ਇਨਵੇਸ਼ਨ ਦੇ ਵਿੱਚ ਯੂਕਰੇਨ ਦੀ ਮਦਦ ਕਰਨਗੇ ਮਿਲੀਟਰੀ ਪਰਸਪੈਕਟਿਵ ਤੋਂ। ਸੋ ਜਿੱਥੇ ਪੂਰੀ ਦੁਨੀਆ ਇੱਕ ਪਾਸੇ ਖੜੀ ਹੈ ਰਸ਼ੀਆ ਦੇ ਖਿਲਾਫ ਤੇ ਯੂਕਰੇਨ ਦੇ ਸਪੋਰਟ ਦੇ ਵਿੱਚ, ਉੱਥੇ ਚਾਈਨਾ, ਯੂਨਾਈਟਿਡ ਅਰਬ ਐਮਿਰੇਟਸ ਤੇ ਇੰਡੀਆ ਦੂਜੇ ਪਾਸੇ ਖੜੇ ਹਨ ਰਸ਼ੀਆ ਦੀ ਸਪੋਰਟ ਦੇ ਵਿੱਚ। ਅੱਜ ਮੈਂ ਕਾਫੀ ਨਿਊਜ਼ ਪ੍ਰੋਗਰਾਮਸ ਸੁਣ ਰਹੀ ਸੀ ਜੋ ਇੰਡੀਅਨ ਨੈਸ਼ਨਲ ਕਾਫੀ ਮੀਡੀਆ ਹੈਗੀ, ਐਂਡ ਉਹਨਾਂ 'ਤੇ ਇਹ ਬਹੁਤ ਸੁਣਨ ਨੂੰ ਮਿਲਿਆ ਅੱਜ ਕਿ ਦੇਖੋ ਜੀ ਡਿਪਲੋਮੇਸੀ ਹੀ ਇਸ ਕ੍ਰਾਈਸਿਸ ਦਾ ਹੱਲ ਅੱਗੇ ਲੈ ਕੇ ਆ ਸਕਦੀ ਹੈ, ਕਿ ਜੋ ਬੈਠਕ ਹੋਈ ਹੈ ਇਹੋ ਜਿਹੀ ਹੋਰ ਬੈਠਕ ਹੋਣ ਦੀ ਲੋੜ ਹੈਗੀ, ਮੀਟਿੰਗਸ ਇਹੋ ਜਿਹੀ ਟਾਕਸ ਹੋਣ ਦੀ ਲੋੜ ਹੈਗੀ। ਬਟ ਕਿਸੇ ਨੇ ਵੀ ਕਿਤੇ ਵੀ ਇਹ ਨਹੀਂ ਕਿਹਾ ਕਿ ਜੋ ਜਾਨਾਂ ਜਾ ਰਹੀਆਂ, ਜੋ ਕੈਜੂਅਲਟੀਜ਼ ਹਰ ਰੋਜ਼ ਵੱਧ ਰਹੀਆਂ, ਭਾਵੇਂ ਉਹ ਸਿਵਿਲੀਅਨ ਕੈਜੂਅਲਟੀਜ਼ ਹੋਣ ਜਾਂ ਮਿਲੀਟਰੀ ਕੈਜੂਅਲਟੀਜ਼, ਰਸ਼ੀਅਨ ਮਿਲੀਟਰੀ ਦੇ ਵਿੱਚ ਥਾਊਜ਼ੈਂਡਸ ਆਫ ਕੈਜੂਅਲਟੀਜ਼ ਰਿਪੋਰਟ ਹੋਈਆਂ, ਉਹਨਾਂ ਦੇ ਬਾਰੇ ਕੋਈ ਕੁਝ ਨਹੀਂ ਕਹਿ ਰਿਹਾ। ਡਿਪਲੋਮੇਸੀ ਪਿੱਛੇ ਗੱਲ ਚੱਲ ਰਹੀ ਹੈ ਕਿ ਇਵੈਂਚੁਅਲੀ ਤਾਂ ਇਹ ਚੀਜ਼ ਦਾ ਹੱਲ ਆ ਹੀ ਜਾਊਗਾ, ਜੋ ਲੋਕੀ ਮਰਦੇ ਹੈ ਮਰਨ ਦਿਓ, ਜੋ ਡਿਸਟਰਕਸ਼ਨ ਇੱਕ ਪੀਸਫੁਲ ਮੁਲਕ ਦੀ ਹੋ ਰਹੀ ਹੈ ਹੋਣ ਦਿਓ, ਕਿ ਇਹ ਤਾਂ ਰਸ਼ੀਆ ਦਾ ਹੀ ਇੱਕ ਹਿੱਸਾ ਸੀਗਾ ਕਦੀ ਕਵਾਰ, ਤੇ ਉਹਨਾਂ ਦਾ ਹੱਕ ਬਣਦਾ ਹੈ। ਇਹ ਚੀਜ਼ਾਂ ਅੱਜ ਸੁਣਨ ਨੂੰ ਮਿਲੀਆਂ ਇਸ ਕੌਨਫਲਿਕਟ ਨੂੰ ਲੈ ਕੇ, ਇਹੋ ਜਿਹੇ ਡਿਫੈਂਸ ਸੁਣਨ ਨੂੰ ਮਿਲੇ ਇਸ ਕੌਨਫਲਿਕਟ ਨੂੰ ਲੈ ਕੇ, ਜਦੋਂ ਇਸ ਗੱਲ ਨੂੰ ਰਿਪੋਰਟ ਕੀਤਾ ਗਿਆ ਕਿ ਇੰਡੀਆ ਨੇ ਇਸ UN ਸਿਕਿਉਰਿਟੀ ਕਾਊਂਸਲ ਵੋਟ ਦੇ ਵਿੱਚ, ਜਿੱਥੇ ਇੱਕ ਐਮਰਜੈਂਸੀ ਸੈਸ਼ਨ ਨੂੰ ਬੁਲਾਉਣ ਦੀ ਵੋਟ ਹੋ ਰਹੀ ਸੀ, ਉੱਥੇ ਇੰਡੀਆ ਨੇ ਕਿਹਾ ਕਿ ਨਹੀਂ, ਇਸ ਐਮਰਜੈਂਸੀ ਸੈਸ਼ਨ ਦੀ ਲੋੜ ਨਹੀਂ ਹੈਗੀ। ਇਸ ਗਲੋਬਲ ਮੰਚ 'ਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਰਸ਼ੀਆ ਨੂੰ ਕੰਡੈਮ ਕਰਨ ਦੀ ਲੋੜ ਨਹੀਂ ਹੈਗੀ,
ਕਿ ਰਸ਼ੀਆ ਐਂਡ ਯੂਕਰੇਨ ਆਪਸ ਦੇ ਵਿੱਚ ਇਸ ਚੀਜ਼ ਦਾ ਹੱਲ ਕਰ ਲੈਣਗੇ, ਗੱਲਾਂ ਦੇ ਵਿੱਚ ਇਹਨੂੰ ਰਿਜ਼ੋਲਵ ਕਰ ਲੈਣਗੇ। ਲੈਟਸ ਸੀ ਕਿੰਨੇ ਦਿਨ ਲੱਗਦੇ ਹੈ, ਕਿੰਨੀ ਗੱਲਾਂ ਲੱਗਦੀਆਂ ਤੇ ਕਿੰਨੀ ਜਾਨਾਂ ਜਾਂਦੀਆਂ ਜਦੋਂ ਤੱਕ ਇਸ ਚੀਜ਼ ਦਾ ਹੱਲ ਨਹੀਂ ਹੁੰਦਾ। ਬਟ ਯੂ ਨੋ ਹਿਸਟਰੀ ਆਲਵੇਜ਼ ਰਿਮੈਂਬਰਸ। ਗੱਲ ਇਸੇ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਇਸ ਲਾਈਵ ਪ੍ਰੋਗਰਾਮ ਦੇ ਵਿੱਚ। ਜਦੋਂ ਅਸੀਂ ਇਹ ਸਟੋਰੀ ਤੁਹਾਡੇ ਨਾਲ ਪੇਸ਼ ਕਰਦੇ ਹਾਂ, ਇਹੋ ਜਿਹੀ ਸਟੋਰੀ ਰਿਪੋਰਟ ਕਰਦੇ ਹਾਂ, ਖਾਸ ਕਰਕੇ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਨੂੰ ਇਹ ਸਵਾਲ ਬਾਰ-ਬਾਰ ਸੁਣਨ ਨੂੰ ਮਿਲ ਰਿਹਾ ਕਿ ਸਾਨੂੰ ਕੀ ਫ਼ਰਕ ਪੈਂਦਾ ਹੈ, ਖਾਸ ਕਰਕੇ ਉਹਨਾਂ ਤੋਂ ਜੋ ਸ਼ਾਇਦ ਨਿਊਜ਼ ਨਹੀਂ ਇੰਨੀ ਜ਼ਿਆਦਾ ਵੇਖਦੇ ਜਾਂ ਅਖਬਾਰ ਨਹੀਂ ਇੰਨਾ ਜ਼ਿਆਦਾ ਪੜ੍ਹਦੇ, ਉਹਨਾਂ ਤੋਂ ਇਹ ਸਵਾਲ ਬਾਰ-ਬਾਰ ਸੁਣਨ ਨੂੰ ਮਿਲ ਰਿਹਾ। ਸੋ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ ਕਿ ਤੁਹਾਡੇ ਕੀ ਖਿਆਲ ਹਨ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਇਹ ਸਵਾਲ ਅਸੀਂ ਵਿਊਅਰਸ ਅੱਗੇ ਰੱਖਿਆ ਹੈ ਕਿ ਉਹ ਲੋਕ ਜੋ ਸ਼ਾਇਦ ਅਖਬਾਰ ਨਹੀਂ ਪੜ੍ਹਦੇ, ਜ਼ਿਆਦਾ ਖਬਰਾਂ ਨਹੀਂ ਸੁਣਦੇ, ਉਹਨਾਂ ਵੱਲੋਂ ਜੋ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਜਦੋਂ ਕਿ ਇਸ ਖਬਰ ਬਾਰੇ ਸਾਨੂੰ ਕੀ ਫ਼ਰਕ ਪੈਂਦਾ, ਸਾਨੂੰ ਕਿਉਂ ਕਦਰ ਕਰਨੀ ਚਾਹੀਦੀ ਹੈ। ਇਸ ਚੀਜ਼ ਬਾਰੇ ਤੁਹਾਡੇ ਕੀ ਵਿਚਾਰ ਹਨ? ਹਾਂਜੀ ਅਸ਼ਮੀਤਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਲੜਾਈ ਜਿਹੜੀ ਆ ਹੁਣ ਤਾਂ ਲੱਗ ਚੁੱਕੀ ਆ। ਕਹਿੰਦੇ ਹੁੰਦੇ ਕਿ ਲੜਾਈ ਦਾ ਨਾਂ ਹੀ ਮਾੜਾ, ਔਰ ਅੱਜ ਕੱਲ ਦੇ ਇਸ ਐਡਵਾਂਸਡ ਏਜ ਵਿੱਚ ਜਿਹੜੇ ਵੈਪਨਸ ਬਹੁਤ ਐਡਵਾਂਸ ਟੈਕਨੋਲੋਜੀ ਨਾਲ ਬਣ ਗਏ ਆ ਤੇ ਉੱਥੇ ਬਹੁਤ ਨੁਕਸਾਨ ਹੋ ਰਿਹਾ। ਆਪਾਂ ਦੇਖ ਰਹੇ ਹਾਂ, ਵੀਡੀਓ ਦੇਖ ਰਹੇ ਹਾਂ। ਤੇ ਹੁਣ ਆਮ ਅਨਪੜ੍ਹ ਆਦਮੀ ਜਿਹੜੇ ਅਖਬਾਰ ਨਹੀਂ ਰੋਜ਼ ਪੜ੍ਹਦੇ ਜਾਂ ਮੇਰੇ ਵਰਗੇ, ਇੰਡੀਆ ਤੋਂ ਕਈ ਕਾਲਾਂ ਆਈਆਂ ਨੇ ਵੀ ਇਹ ਲੜਾਈ ਲੱਗੀ ਕਿਉਂ ਆ, ਕੀ ਕਾਰਨ ਆ ਇਹਦਾ। ਇਨ ਜਨਰਲ ਸੁਣ 'ਚ ਆਉਂਦਾ ਸੀਗਾ ਕਿ ਜਿਹੜਾ ਯੂਕਰੇਨ ਆ ਉਹ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਤੇ ਰਸ਼ੀਆ ਇਹ ਗੱਲ ਨਹੀਂ ਚਾਹੁੰਦਾ। ਰਸ਼ੀਆ ਨਹੀਂ ਚਾਹੁੰਦਾ ਕਿ ਅਮਰੀਕਾ ਤੇ ਉਹ ਜਿਹੜੇ ਕੰਟਰੀ ਨੇ ਨਾਟੋ ਉਹਨਾਂ ਦੇ ਸਰਾਣੇ ਆ ਕੇ ਬਹਿ ਜਾਵੇ ਤੇ ਉਹਨੂੰ ਬਹੁਤ ਖਤਰਾ ਹੋ ਜਾਊਗਾ। ਯੂਕਰੇਨ ਜਦੋਂ ਕਿ ਆਪਾਂ ਕਹਿੰਦੇ ਆ ਰਸ਼ੀਆ ਦਾ ਇੱਕ ਅੰਗ ਹੀ ਆ, ਉਹਦੇ ਵਿੱਚੋਂ ਅਲੱਗ ਹੋਇਆ ਤੇ ਫਿਰ ਯੂਕਰੇਨ ਕਿਉਂ ਜਾਣਬੁੱਝ ਕੇ ਰਸ਼ੀਆ ਨੂੰ ਉਹਨੇ ਹਾਰਡ ਟਾਈਮ ਦਿੱਤਾ ਜਿਹਦੇ ਕਰਕੇ ਇਹ ਲੜਾਈ ਸ਼ੁਰੂ ਹੋਈ ਆ, ਜਿਹਦਾ ਰੀਲੀ ਵਾਟਸ ਦਾ ਰੀਜ਼ਨ ਇਸ ਯੁੱਗ ਵਿੱਚ ਇਹ ਸਭ ਕੁਝ ਹੋਣ ਦਾ ਕੀ ਕਾਰਨ ਕੀ ਆ, ਇਹ ਕੁਝ ਦੱਸੋ ਆਮ ਜਿਹੜੇ ਵਿਊਅਰਸ ਨੇ ਉਹਨਾਂ ਨੂੰ। ਸ਼ੋਰ ਥੈਂਕ ਯੂ ਸੋ ਮਚ ਤੁਹਾਡੇ ਇਸ ਸਵਾਲ ਲਈ। ਇੱਥੇ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੈਗੀ, ਮੈਂ ਤਾਂ ਖੁੱਲ੍ਹੇ ਤੌਰ 'ਤੇ ਇਹ ਵੀ ਕਹਾਂਗੀ, ਪ੍ਰੋਪਾਗੈਂਡਾ। ਇਹ ਲਫ਼ਜ਼ ਅਸੀਂ ਬਹੁਤ ਸੋਚ ਸਮਝ ਕੇ ਵਰਤਦੇ ਹਾਂ, ਬਟ ਇਹੀ ਪ੍ਰੋਪਾਗੈਂਡਾ ਜਾਂ ਗਲਤ ਫਹਿਮੀ, ਗਲਤ ਜਾਣਕਾਰੀ, ਮਿਸ ਇਨਫੋਰਮੇਸ਼ਨ ਕੈਂਪੇਨ, ਜਿਹਦੇ ਕਰਕੇ ਲੋਕੀ ਬਾਰ-ਬਾਰ ਕਹਿੰਦੇ ਕਿ ਯੂਕਰੇਨ ਤਾਂ ਰਸ਼ੀਆ ਦਾ ਇੱਕ ਹਿੱਸਾ ਸੀਗਾ, ਇਹ ਚੀਜ਼ ਗਲਤ ਹੈਗੀ। ਇਸ ਚੀਜ਼ ਬਾਰੇ ਮੈਂ ਤੁਹਾਨੂੰ ਇੱਕ ਫੈਕਟ ਸੁਣਾਉਣਾ ਚਾਹੁੰਦੀ ਹਾਂ। ਯੂਕਰੇਨ ਇੱਕ ਇਹੋ ਜਿਹਾ ਮੁਲਕ ਹੈ ਜੋ ਕਿ ਥਾਊਜ਼ੈਂਡਸ ਆਫ ਈਅਰਸ ਪੁਰਾਣਾ ਹੈਗਾ, ਜਿਹਦੀ ਹਿਸਟਰੀ ਖਾਸ ਕਰਕੇ ਜੋ ਉਹਦਾ ਕੈਪੀਟਲ ਸ਼ਹਿਰ ਹੈ ਕੀਵ, ਇੰਨਾ ਪੁਰਾਣਾ ਮੈਟਰੋਪੋਲਿਸ ਸੀਗਾ, ਥਾਊਜ਼ੈਂਡਸ ਆਫ ਈਅਰ ਓਲਡ ਉਹ ਸਿਟੀ ਸੀਗਾ। ਤਦ ਵੀ ਕੀਵ ਇੱਕ ਸਿਟੀ ਸੀਗਾ, ਮੇਜਰ ਮੈਟਰੋਪੋਲਿਸ, ਜਦੋਂ ਮਾਸਕੋ ਇੱਕ ਪਿੰਡ ਵੀ ਨਹੀਂ ਸੀਗਾ। ਇਹ ਇਹ ਫੈਕਟਸ ਮੈਂ ਪੜ੍ਹ ਰਹੀ ਹਾਂ। ਜਦੋਂ ਕੀਵ ਇੱਕ ਮੇਜਰ ਮੈਟਰੋਪੋਲਿਸ ਸੀਗਾ, ਉਸ ਟਾਈਮ ਮਾਸਕੋ ਇੱਕ ਪਿੰਡ ਵੀ ਨਹੀਂ ਸੀਗਾ। ਬਟ ਜੋ ਇਹ ਪੁਟਿਨ ਦੀ ਤੁਸੀਂ ਕਹਿ ਲਓ ਇਨਫੋਰਮੇਸ਼ਨ ਕੈਂਪੇਨ ਜਾਂ ਡਿਸਇਨਫੋਰਮੇਸ਼ਨ ਕੈਂਪੇਨ ਹੈਗੀ, ਇਹ ਲੋਕਾਂ ਨੂੰ ਇਹੀ ਕਨਵਿੰਸ ਕਰਦੀ ਹੈ ਕਿ ਇਹ ਜੋ ਮੁਲਕ ਹੈ ਇਹ ਤਾਂ ਹਮੇਸ਼ਾ ਹੀ ਰਸ਼ੀਆ ਦਾ ਇੱਕ ਹਿੱਸਾ ਸੀਗਾ। ਯੈਸ, ਮੇਬੀ ਜਦੋਂ ਸੋਵੀਅਤ ਯੂਨੀਅਨ ਇਕੱਠੀ ਸੀਗੀ, ਇਹ ਟੈਰੀਟੋਰੀ ਸੋਵੀਅਤ ਦਾ ਇੱਕ ਹਿੱਸਾ ਜ਼ਰੂਰ ਸੀਗਾ। ਬਟ ਜਦੋਂ ਸੋਵੀਅਤ ਯੂਨੀਅਨ ਟੁੱਟੀ ਤੇ ਇਨ ਲੋਕਾਂ ਨੇ ਆਪ ਦਾ ਮੁਲਕ ਬਣਾਇਆ, ਉਹਨਾਂ ਨੇ ਇੱਕ ਵਾਰੀ ਫਿਰ ਉਹ ਆਈਡੈਂਟਿਟੀ ਰੀਕਲੇਮ ਕੀਤੀ ਜੋ ਹਜ਼ਾਰਾਂ ਸਾਲੋਂ ਤੋਂ ਕਾਇਮ ਸੀਗੀ ਉਹਨਾਂ ਦੀ, ਜੋ ਕਿ ਰਸ਼ੀਅਨ ਆਈਡੈਂਟਿਟੀ ਤੋਂ ਵੱਖਰੀ ਸੀਗੀ। ਉਹ ਉਹਨਾਂ ਨੇ ਇੱਕ ਵਾਰੀ ਫਿਰ ਰੀਕਲੇਮ ਕੀਤੀ, ਵਾਪਸ ਲਿੱਤੀ ਤੇ ਅੱਜ ਉਸ ਆਈਡੈਂਟਿਟੀ ਤੇ ਇੱਕ ਵਾਰੀ ਫਿਰ ਅਟੈਕ ਹੋ ਰਿਹਾ ਹੈ। ਅਗਰ ਇਹ ਸੱਚ ਸੀਗਾ ਕਿ ਯੂਕਰੇਨ ਰਸ਼ੀਆ ਦਾ ਹੀ ਹਿੱਸਾ ਸੀ, ਤੇ ਕਿਉਂ ਅੱਜ ਯੂਕਰੇਨੀਅਨਸ, ਟੀਚਰਸ, ਡਾਕਟਰਸ, ਲਾਇਰਸ, ਬਜ਼ੁਰਗ ਹਥਿਆਰ ਚੱਕੀ ਫਿਰ ਰਹੇ ਹੈ? ਕਿਉਂ ਨਹੀਂ ਉਹ ਕਹਿੰਦੇ ਕਿ ਹਾਂ ਅਸੀਂ ਤਾਂ ਇਹਨਾਂ ਦਾ ਹੀ ਹਿੱਸਾ ਹੈਗੇ, ਸਾਨੂੰ ਕੀ ਪਿਆ ਹੈ, ਅਸੀਂ ਕਿਉਂ ਲੜੀਏ, ਅਸੀਂ ਕਿਉਂ ਜਾਨਾਂ ਦਈਏ, ਅਸੀਂ ਕਿਉਂ ਆਪ ਦਾ ਮੁਲਕ ਛੱਡ ਕੇ ਜਾਈਏ? ਇਹ ਸਵਾਲ ਤਾਂ ਜ਼ਰੂਰ ਉੱਠਦਾ ਹੈ ਨਾ ਇੱਥੇ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ ਸਤਿ ਸ਼੍ਰੀ ਅਕਾਲ ਅਸ਼ਮਿਤਾ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਬਾਜਵਾ, ਕੀ ਹਾਲ ਹੈ? ਹਾਂ ਬਿਲਕੁਲ ਠੀਕ ਹੈ। ਦੱਸੋ। ਮੈਂ ਇਹਨੂੰ ਥੋੜਾ ਜਿਹਾ ਹੋਰ ਪਾਸਿਓਂ ਦੇਖ ਰਿਹਾ ਜੀ। ਵੀ ਦੇਖੋ,
ਇਹ ਹਿਸਟਰੀ 'ਚ ਪਹਿਲਾ ਟਾਈਮ ਹੈ ਜਦੋਂ ਕਿ ਇੰਡੀਆ ਨੂੰ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦਾ ਇੱਕ ਐਗਜ਼ਾਮ ਹੋਣਾ ਹੈ। ਉਹ ਕਿਉਂ? ਕਿਉਂਕਿ ਜਿਹੜੇ ਮੈਡੀਵਲ ਟਾਈਮ ਸੀਗੇ ਉਹ ਇੰਡੀਆ ਇੱਕ ਆਪਣਾ ਕੰਟਰੀ ਸੀ, ਇਹਦੇ ਆਪਣੇ ਇਨਵੇਜਨ ਸੀਗੇ, ਇਹਦੇ ਆਪਣੇ ਇਨਵੇਡਰ ਸੀ, ਪਰ ਇਹ ਉੱਥੇ ਕੀ ਰਹੇ। ਦੁਬਾਰਾ ਹੁਣ ਦੇ ਦਿਨ 'ਚ ਜਿਹੜਾ ਇੰਡੀਆ ਇੱਕ ਆਜ਼ਾਦ ਮੁਲਕ ਹੈ ਔਰ ਆਜ਼ਾਦ ਮੁਲਕ ਦੇ ਹੁੰਦਿਆਂ ਪਹਿਲੀ ਵਾਰੀ ਹੈ ਕਿ ਉਹ ਇੱਥੇ ਆਏ। ਹੁਣ ਦੇਖੋ ਇਹ 5-6 ਕੰਟਰੀਆਂ ਦੀ ਟਰਬਲ ਹੈ। ਅਮਰੀਕਾ, ਵੈਸਟਰਨ ਯੂਰਪ, ਰਸ਼ੀਆ, ਯੂਕਰੇਨ, ਉਧਰੋਂ ਆਪਣੇ ਏਸ਼ੀਆ 'ਚ ਚਾਈਨਾ ਐਂਡ ਇੰਡੀਆ। ਦੇਖੋ ਇਹ ਇੱਕ ਬੜੀ ਕੰਪਲੈਕਸ ਚੀਜ਼ ਹੈ। ਹੁਣ ਸਾਰੇ ਕੰਟਰੀ ਇਹ ਵਾਚ ਕਰ ਰਹੇ ਆ ਬਈ ਅਮਰੀਕਾ ਦੀਆਂ ਸੈਂਕਸ਼ਨ ਦਾ, ਵੈਸਟਰਨ ਯੂਰਪ ਦੀਆਂ ਫਾਈਨੈਂਸ਼ੀਅਲ ਸੈਂਕਸ਼ਨ ਦਾ ਅਸਰ ਦੇਖੋ। ਮੈਨੂੰ ਇਹ ਤੋਂ ਥੋੜਾ ਜਿਹਾ ਇਹ ਡਰ ਲੱਗਦਾ, ਅਗਰ ਰਸ਼ੀਆ ਆਪਣੇ ਇਰਾਦੇ ਤੇ ਪੂਰਾ ਉਤਰਿਆ ਔਰ ਅਗਰ ਇਹ ਜਿਹੜੀਆਂ ਸੈਂਕਸ਼ਨਸ ਹੈ ਉੱਥੇ ਵਰਕ ਵੀ ਕਰ ਜਾਣ, ਉਹ ਕੰਟਰੀ ਵੀ ਜੇ ਡੀਸਟੇਬਲਾਈਜ਼ ਹੋ ਜਾਵੇ ਜਿਹੜੀ ਸਾਰੀ ਦੁਨੀਆ ਦੇਖ ਰਹੀ ਹੈ, ਉਹਦੇ ਰਿਜ਼ਲਟ ਹੋਰ ਵੀ ਮਾੜੇ ਨਿਕਲ ਸਕਦੇ ਆ। ਉਹ ਜਿਵੇਂ ਇੱਕ ਕਹਾਵਤ ਆਪਾਂ ਕਹਿੰਦੇ ਮਰਤਾ ਕਿਆ ਨਾ ਕਰਤਾ। ਸੋ ਇਸ ਕਰਕੇ ਇਹ ਸਾਰੀ ਦੁਨੀਆ ਨੂੰ ਇੱਕ ਬੜੀ ਅੱਛੀ ਡਿਪਲੋਮੇਸੀ ਲੈ ਕੇ ਸਾਰੇ ਲੋਕਾਂ ਨੂੰ ਬੈਠਣਾ ਚਾਹੀਦਾ ਔਰ ਵੋਟ ਪ੍ਰਾਪਰ ਕਰੋ। ਇਹ ਇੱਕ ਦੂਜੇ ਦੇ ਪ੍ਰਭਾਵ ਥੱਲੇ ਨਹੀਂ ਕਰੋ। ਵੋਟ ਕਰੋ ਹਿਊਮੈਨਿਟੀ ਵਾਸਤੇ, ਵੋਟ ਕਰੋ ਮੈਨਕਾਈਂਡ ਵਾਸਤੇ, ਵੋਟ ਕਰੋ ਕਿ ਲੋਕ ਮਰਨ ਨਾ, ਕੋਈ ਨਿਊਕਲੀਅਰ ਪਾਵਰ ਨਾ ਹੋ ਜਾਵੇ। ਇਸ ਕਰਕੇ ਇੰਡੀਆ, ਚਾਈਨਾ, ਰਸ਼ੀਆ, ਅਮਰੀਕਾ, ਵੈਸਟਰਨ ਯੂਰਪ ਜਿਹੜੇ ਡਿਵੈਲਪਡ ਕੰਟਰੀਜ਼ ਹੈ ਉਹਨਾਂ ਨੂੰ ਬਹੁਤ ਅੱਗੇ ਆ ਕੇ ਇਹ ਰੋਲ ਕਰਨਾ ਚਾਹੀਦਾ। ਸੋ ਸਾਨੂੰ ਵਾਚ ਐਂਡ ਵੇਟ ਐਂਡ ਵਾਚ ਪਾਲਿਸੀ ਨਹੀਂ ਕਰਨੀ ਚਾਹੀਦੀ। ਮੈਂ ਤਾਂ ਇੰਨਾ ਹੀ ਕਹੂੰਗਾ ਜੀ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਵੇਟ ਐਂਡ ਵਾਚ ਦੇ ਵਿੱਚ ਜਿਨ ਲੋਕਾਂ ਕੋਲ ਵੇਟਿੰਗ ਦੀ ਲਗਜ਼ਰੀ ਹੁੰਦੀ ਹੈ ਉਹ ਤਾਂ ਹਮੇਸ਼ਾ ਹੀ ਕਹਿਣਗੇ ਵੇਟ ਐਂਡ ਵਾਚ ਕਰੋ, ਬਟ ਜਿੱਥੇ ਹਰ ਰੋਜ਼ ਲੋਕੀ ਮਰ ਰਹੇ ਹੈ, ਯੂਕਰੇਨੀਅਨਸ ਐਜ਼ ਵੈਲ ਐਜ਼ ਰਸ਼ੀਅਨਸ, ਉੱਥੇ ਸ਼ਾਇਦ ਵੇਟ ਐਂਡ ਵਾਚ ਦੀ ਲਗਜ਼ਰੀ ਉਹਨਾਂ ਦੇ ਕੋਲ ਨਹੀਂ ਹੈਗੀ। ਇਸੇ ਥਾਟ ਦੇ ਨਾਲ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਵਨਸ ਅਗੈਨ ਅਸੀਂ ਮਾਡਰਨ ਟਾਈਮਸ ਦੇ ਵਿੱਚ ਰਹਿ ਰਹੇ ਹਾਂ ਐਂਡ ਇਹ ਇੱਕ ਡਿਵੈਲਪਡ ਮੁਲਕ ਦੀ ਗੱਲ ਹੋ ਰਹੀ ਹੈ, ਇੱਕ ਪੀਸਫੁਲ ਨੇਸ਼ਨ। ਅਗਰ ਨੇਟੋ ਦਾ ਵੀ ਮਸਲਾ ਸੀਗਾ ਤੇ ਉਹਨੂੰ ਡਿਪਲੋਮੇਸੀ ਰਾਹੀਂ ਰਿਜ਼ੋਲਵ ਕਰਨਾ ਚਾਹੀਦਾ ਸੀ, ਨਾ ਕਿ ਮਿਲੀਟਰੀ ਇਨਵੇਜ਼ਨ ਤੇ ਐਗਰੈਸ਼ਨ ਰਾਹੀਂ, ਨਾ ਕਿ ਸਿਵਿਲੀਅਨ ਬੋਮਿੰਗ ਰਾਹੀਂ, ਨਾ ਕਿ ਸਕੂਲਾਂ ਤੇ ਬੱਚਿਆਂ ਦੀ ਹਸਪਤਾਲਾਂ ਨੂੰ ਬੋਂਬ ਕਰਕੇ। ਅਗਰ ਇਹ ਨੇਟੋ ਦਾ ਹੀ ਮਸਲਾ ਸੀਗਾ ਤੇ ਇਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ, ਇਹਨੂੰ ਵੱਖ-ਵੱਖ ਨੇਟੋ ਦੀ ਟਾਕਸ ਦੇ ਵਿੱਚ, ਵੱਖ-ਵੱਖ ਮੀਟਿੰਗਸ ਦੇ ਵਿੱਚ ਰਿਜ਼ੋਲਵ ਕੀਤਾ ਜਾ ਸਕਦਾ ਸੀ। ਯੂਕਰੇਨ ਨੇਟੋ ਦਾ ਮੈਂਬਰ ਨਹੀਂ ਬਣਿਆ ਹਾਲੇ ਤੱਕ, ਬਟ ਰਸ਼ੀਅਨ ਇਨਵੇਜ਼ਨ 5 ਦਿਨਾਂ ਤੋਂ ਚੱਲ ਰਿਹਾ ਹੈ। ਸੋ ਅਗਰ ਇਹ ਸਿਰਫ ਤਾਂ ਸਿਰਫ ਨੇਟੋ ਦਾ ਮਸਲਾ ਸੀਗਾ ਤਾਂ ਇਨਵੇਜ਼ਨ ਕਿਉਂ ਕੀਤਾ ਗਿਆ, ਲੋਕਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ, ਸਿਵਿਲੀਅਨਸ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਸਾਰੇ ਸਵਾਲ ਉੱਠਦੇ ਆ। ਬਟ ਇਹਦੇ ਨਾਲ ਹੀ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਜੋ ਰਹਿ ਗਏ ਹੋਣ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ। ਅਗਰ ਤੁਹਾਡੀ ਕਾਲ ਨਹੀਂ ਅਸੀਂ ਚੁੱਕੀ, ਮਾਫੀ ਮੰਗਦੇ ਹਾਂ, ਸਮਾਂ ਸਾਨੂੰ ਇੱਥੇ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ। ਸਾਡਾ ਈਮੇਲ ਐਡਰੈਸ ਤੁਹਾਡੇ ਲਈ ਹਮੇਸ਼ਾ ਖੁੱਲ੍ਹਾ ਹੈ। ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਹਾਡੇ ਤੋਂ ਈਮੇਲਸ ਆਉਂਦੀਆਂ, ਤੁਹਾਡੇ ਫੀਡਬੈਕ ਸੁਣਨ ਨੂੰ ਮਿਲਦਾ ਹੈ। ashmita@justbroadcasting.com, info@justbroadcasting.com। ਇਹਦੇ ਨਾਲ ਹੀ ਸਾਨੂੰ ਹੁੰਦੇ ਹੋ ਇਜਾਜ਼ਤ। ਸਤਿ ਸ਼੍ਰੀ ਅਕਾਲ।